ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ। ਚਰਚਾ ਦਾ ਮੁੱਦਾ ਉਸ ਮਸਲਿਆਂ ਤੇ ਚਰਚਾ ਕਰਦੇ ਹਾਂ ਜਿਹੜੀ ਤੁਹਾਡੇ ਸਾਡੇ ਨਾਲ ਜੁੜੀ ਹੁੰਦੀ ਹੈ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਾਮਲਾ ਚਰਚਾ ਦੇ ਵਿੱਚ ਆ। ਉਸ ਮਾਮਲਿਆਂ ਨੂੰ ਲੈ ਕੇ ਸਰਸਾ ਤੱਕ ਤਾਰਾਂ ਜੁੜੀਆਂ ਸਾਹਮਣੇ ਆਉਣ ਲੱਗੀਆਂ ਨੇ। ਜਿਵੇਂ ਖੱਟੜਾ ਹੋਰਾਂ ਦਾ ਪਿਛਲੇ ਦਿਨੀ ਜਦੋਂ ਇਹ ਨਾਮ ਸਾਹਮਣੇ ਆਇਆ ਕਿ ਹਾਂ ਸਰਸਾ ਤੋਂ ਆਦੇਸ਼ ਆਏ ਸੀ, ਇਸ ਲਈ ਅਸੀਂ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਨਾਮ ਵੀ ਉਹਦੇ ਵਿੱਚ ਦਰਜ ਕਰਦੇ ਹਾਂ। ਤੇ ਉਸ ਤੋਂ ਬਾਅਦ ਇਸ ਮਸਲੇ ਤੇ ਸਿਆਸਤ ਸ਼ੁਰੂ ਹੁੰਦੀ ਆ। ਕਦੇ ਡੇਰਾ ਪ੍ਰੇਮੀ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ, ਕਦੇ ਕਾਂਗਰਸ ਦੇ ਮੰਤਰੀ ਤੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਆ ਕੇ ਸਾਹਮਣੇ ਬੋਲਦੇ ਨੇ ਤੇ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ। ਅਕਾਲੀ ਦਲ ਮੋੜਵਾਂ ਜਵਾਬ ਦਿੰਦਾ ਕਿ ਪੰਜਾਬ ਦੇ ਵਿੱਚ ਮੁੜ ਕੇ 2022 ਦੀਆਂ ਚੋਣਾਂ ਧਾਰਮਿਕ ਇਹਨਾਂ ਵੰਡੀਆਂ ਵਾਲੇ ਮਸਲਿਆਂ ਤੇ, ਫਿਰ ਇੱਕ ਵਾਰ ਡੇਰਾ ਪ੍ਰੇਮੀ ਬਨਾਮ ਸਿੱਖ ਜਥੇਬੰਦੀਆਂ ਦੇ ਮਸਲਿਆਂ ਤੇ ਹੋਏਗੀ, ਬੇਅਦਬੀ ਵਾਲੇ ਮਸਲੇ ਤੇ ਕੀ ਪੰਜਾਬ ਦੀ 2022 ਦੀ ਫਿਰ ਚੋਣ ਹੋਏਗੀ। ਪਰ ਦੋਸ਼ੀਆਂ ਨੂੰ ਸਜ਼ਾਵਾਂ ਕਦੋਂ ਹੋਣਗੀਆਂ, ਸਵਾਲ ਇਹ ਵੀ ਉੱਥੇ ਹੀ ਖੜਾ। ਭਾਜੀ, ਪਿਛਲੀਆਂ ਚੋਣਾਂ ਵਿੱਚ ਵੀ ਇਹ ਮੁੱਦਾ ਸੀ ਕਿ ਤੁਹਾਨੂੰ ਲੱਗਦਾ 2022 'ਚ ਵੀ ਇਸੇ ਮੁੱਦੇ ਦੇ ਆਧਾਰ ਤੇ ਕਾਂਗਰਸ ਤੇ ਅਕਾਲੀ ਦਲ ਚੋਣ ਲੜਨਾ ਚਾਹੁੰਦੇ ਨੇ, ਜਾਂ ਕਾਂਗਰਸ ਇਹ ਏਜੰਡਾ ਤੈਅ ਕਰ ਰਹੀ ਆ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਤੇ ਲਿਆ ਕੇ ਖੜਾ ਕਰੀਏ ਕਿ ਚੋਣ ਇਸ ਮੁੱਦੇ ਤੇ ਹੋ ਜਾਵੇ, ਜਾਂ ਤੁਹਾਨੂੰ ਲੱਗਦਾ ਕਿ ਸਰਕਾਰ 'ਚ ਗੰਭੀਰਤਾ ਕਿ ਨਹੀਂ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ? ਦੇਖੋ ਦੀਪੀ ਜੀ, ਆਪਾਂ ਇਹਨੂੰ ਲਾਰਜ ਕੰਟੈਕਸਟ 'ਚ ਰਹੀਏ। ਜਿਹੜੀ ਧਰਮ ਦੇ ਆਧਾਰ 'ਤੇ ਸਿਆਸਤ ਹੁੰਦੀ ਹੈ ਜਾਂ ਜਾਤੀ ਦੇ ਆਧਾਰ 'ਤੇ ਸਿਆਸਤ ਹੁੰਦੀ ਹੈ ਜੀ, ਇਹ ਦੇਸ਼ ਨੂੰ ਮਹਿੰਗੀ ਪੈਂਦੀ ਹੈ। ਅੱਛਾ, ਇਹ ਸਿਆਸਤਦਾਨਾਂ ਨੂੰ ਵੀ ਮਹਿੰਗੀ ਪੈਂਦੀ ਹੈ। ਸਾਨੂੰ ਤਾਂ 47 ਦਾ ਆਪਾਂ ਨੂੰ ਪਤਾ ਹੀ ਹੈਗਾ। ਉਸ ਤੋਂ ਬਾਅਦ ਕਿੰਨੀਆਂ ਆਈਆਂ ਘਟਨਾਵਾਂ ਵਾਪਰੀਆਂ ਦੇਸ਼ ਵਿੱਚ, ਜਿੰਦਾ ਜੇ ਆਪਾਂ ਜ਼ਿਕਰ ਕਰਨ ਲੱਗੇ ਤਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ। ਲੰਬੀ ਦਾਸਤਾਨ ਹੈਗੀ। ਧਰਮ ਦੀ ਸਿਆਸਤ ਨੇ ਸਾਡੇ ਦੇਸ਼ ਦਾ, ਪੰਜਾਬ ਦਾ ਬਹੁਤ ਨੁਕਸਾਨ ਕੀਤਾ, ਪਰ ਹਜੇ ਵੀ ਅਸੀਂ ਧਰਮ ਦੀ ਸਿਆਸਤ ਵਿੱਚ ਹੀ ਫਸੇ ਹੋਏ ਹਾਂ, ਅਟਕੇ ਹੋਏ ਹਾਂ, ਉਲਝੇ ਹੋਏ ਹਾਂ। ਸੋ ਜਿਹੜੀਆਂ ਗੱਲਾਂ ਤੁਸੀਂ ਹੁਣ ਕਹੀਆਂ ਹੈਗੀਆਂ ਨੇ ਕਿ ਇਹ ਇਸ਼ੂ ਹੌਲੀ ਹੌਲੀ ਫੇਰ ਸੈਂਟਰ ਸਟੇਜ 'ਤੇ ਆ ਰਿਹਾ। ਪਹਿਲਾਂ ਪਿਛਲੀ ਜਦੋਂ ਚੋਣ ਹੋਈ ਸੀ ਉਦੋਂ ਵੀ ਸੈਂਟਰ ਸਟੇਜ 'ਤੇ ਸੀਗਾ ਇਹ। ਉਸ ਤੋਂ ਬਾਅਦ ਫਿਰ ਜਿਹੜਾ ਸਪੈਸ਼ਲ ਸੈਸ਼ਨ ਹੋਇਆ, ਬੜਾ ਕੁਝ ਹੋਇਆ। ਰਣਜੀਤ ਸਿੰਘ ਕਮਿਸ਼ਨ ਬਣਿਆ, ਜੋਰਾ ਸਿੰਘ ਕਮਿਸ਼ਨ ਪਹਿਲਾਂ ਬਣਿਆ ਹੋਇਆ ਸੀਗਾ। ਉਸ ਤੋਂ ਬਾਅਦ ਇੱਕ ਹੋਰ ਕਮਿਸ਼ਨ ਬਣਿਆ, ਸਿੱਟ ਬਣੀ। ਸਾਰਾ ਕੁਝ ਆਪਾਂ ਕੁੱਲ ਮਿਲਾ ਕੇ ਲਾਈਏ ਤਾਂ ਵੀ ਇਹ ਪੰਜਾਬ ਦੇ ਕੈਨਵਸ ਤੋਂ ਬਾਹਰ ਤਾਂ ਨਹੀਂ ਕਦੇ ਗਿਆ। ਕਦੇ ਕਿਨਾਰੇ 'ਤੇ ਹੋ ਜਾਂਦਾ ਸੀ, ਕਦੇ ਵਿਚਾਲੇ ਆ ਜਾਂਦਾ। ਤੇ ਹੁਣ ਦੁਬਾਰੇ ਲੱਗ ਰਿਹਾ ਕਿ 1.5 ਸਾਲ ਚੋਣਾਂ 'ਚ ਰਹਿ ਗਿਆ ਤੇ ਇਹ ਦੁਬਾਰੇ ਸੈਂਟਰ ਸਟੇਜ 'ਤੇ ਆਉਣ ਨੂੰ ਤਿਆਰ ਹੋਇਆ ਖੜਾ ਹੈਗਾ। ਪਿਛਲੇ ਦਿਨਾਂ 'ਚ ਜਿਹੜੀ ਰਣਬੀਰ ਸਿੰਘ ਖੱਟੜਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ 'ਚ ਤਾਂ ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਜਿਹੜਾ ਡੇਰਾ ਮੁਖੀ ਸੀਗਾ, ਸਪਸ਼ਟ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਸੀ। ਉਹਨੂੰ ਸਾਰੀਆਂ ਮੀਟਿੰਗਾਂ ਵਿੱਚ ਬਕਾਇਦਾ ਜਾਂਦੇ ਸੀ ਬੰਦੇ, ਇਹ ਬਕਾਇਦਾ ਉਹਨਾਂ ਨੂੰ ਇਨਫੋਰਮ ਕਰਦੇ ਸੀਗੇ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈਗੀ ਉਹਨੂੰ 1.5 ਮਹੀਨਾ ਲੁਕੋ ਕੇ ਰੱਖਿਆ ਗਿਆ। ਕਿਸ ਤਰ੍ਹਾਂ ਉਸ ਤੋਂ ਬਾਅਦ ਉਹਦੇ ਜਿਹੜੇ ਅੰਗ ਸੀਗੇ, ਪਾਵਨ ਅੰਗਾਂ ਨੂੰ ਕਿਸ ਤਰ੍ਹਾਂ ਖਿਲਾਰਿਆ ਗਿਆ ਜਾਂ ਬੇਅਦਬੀ ਕੀਤੀ ਗਈ, ਇਹ ਸਾਰਾ ਕੁਝ ਤਕਰੀਬਨ ਉਹਨਾਂ ਨੇ ਇਹਦੇ ਬਾਰੇ ਖੁਲਾਸਾ ਰਣਬੀਰ ਸਿੰਘ ਖੱਟੜਾ ਨੇ ਪਿਛਲੇ ਦਿਨਾਂ 'ਚ ਕੀਤਾ ਹੈਗਾ। ਉਸ ਤੋਂ ਬਾਅਦ ਦੀ ਜਿਹੜੀ ਸਿਆਸਤ ਜਿਹੜੀ ਹੈਗੀ ਆ ਉਹ ਮੰਗਣੀ ਸ਼ੁਰੂ ਹੋ ਗਈ ਹੈ। ਹੁਣ ਵੱਡਾ ਇਸ਼ੂ, ਸਭ ਤੋਂ ਵੱਡਾ ਸਰਕਾਰ ਦੇ ਸਾਹਮਣੇ ਹੈਗਾ ਕਿ ਡੇਰਾ ਮੁਖੀ ਦਾ ਰਿਮਾਂਡ। ਡੇਰਾ ਮੁਖੀ ਦਾ ਰਿਮਾਂਡ ਜ਼ੋਰ ਪੈਣਾ ਸ਼ੁਰੂ ਹੋ ਗਿਆ ਹੈ ਕਿ ਅਸੀਂ ਰਿਮਾਂਡ ਉਹਦਾ, ਡੇਰਾ ਮੁਖੀ ਦਾ ਰਿਮਾਂਡ ਲਿਆ ਜਾਵੇ। ਪੁਲਿਸ ਵਾਲੇ ਵੀ ਵਿੱਚੋਂ ਇਹ ਕਹਿ ਰਹੇ ਨੇ, ਰਣਬੀਰ ਸਿੰਘ ਖੱਟੜਾ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਕਿ ਹਾਂ ਪੁੱਛਗਿੱਛ ਕਰਨੀ ਬਣਦੀ ਹੈਗੀ ਹੈ। ਪਹਿਲਾਂ ਵੀ ਇੱਕ ਲੈਵਲ 'ਤੇ ਇਹ ਟਰਾਈ ਹੋਈ ਸੀ, ਉਦੋਂ ਨਹੀਂ ਮਿਲਿਆ ਸੀ ਮੇਰਾ ਖਿਆਲ, ਉਦੋਂ ਗਾਹਾਂ ਗੱਲ ਨਹੀਂ ਵਧੀ ਸੀ। ਪਰ ਹੁਣ ਲੱਗਦਾ ਕਿ ਇਹ ਗੱਲ ਅੱਗੇ ਵਧੂਗੀ, ਕਿਉਂਕਿ ਜਦੋਂ ਸਿੱਧਾ ਤੁਸੀਂ ਦੋਸ਼ ਲਾਤਾ ਕਿ ਸਾਰਾ ਡੇਰਾ ਮੁਖੀ ਨੂੰ ਪਤਾ ਸੀ ਇਹਨਾਂ ਗੱਲਾਂ ਦਾ ਕਿ ਕੀ ਹੋਣਾ ਆਉਣ ਵਾਲੇ ਦਿਨਾਂ 'ਚ, ਕਿਸ ਤਰ੍ਹਾਂ ਇਹ ਸਾਰਾ ਕੁਝ ਹੋਏਗਾ, ਅਤੇ ਉਸ ਤੋਂ ਬਾਅਦ ਤਾਂ ਫਿਰ ਇਹ ਕਹਿੰਦਾ ਰਿਮਾਂਡ ਦੀ ਗੱਲ ਸਾਹਮਣੇ ਆਈ ਜਾਣੀ ਆਉਣ ਵਾਲੇ ਦਿਨ 'ਚ। ਦੂਸਰਾ ਜਿਹੜਾ ਪੁਲਿਸ ਨੇ ਖੁਲਾਸਾ ਕੀਤਾ ਹੈ ਵੀ ਉੱਥੇ ਇੱਕ ਮਾਝੀ ਨਾਂ ਦਾ ਬੰਦਾ ਸੀਗਾ ਜਿਹੜਾ ਕਿ ਉੱਥੇ ਪ੍ਰਚਾਰ ਕਰ ਰਿਹਾ ਸੀਗਾ। ਉਹ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਡੇਰਾ ਪ੍ਰੇਮੀਆਂ ਨੇ ਮੁੜ ਕੇ ਇਹਦਾ ਆਪਣਾ ਮੁੱਖ ਉੱਧਰੋਂ ਜਿਹੜਾ ਮੋੜ ਲਿਆ ਸੀ ਰੁੱਖ, ਇੱਕ ਗੁਰੂ ਗ੍ਰੰਥ ਸਾਹਿਬ ਵੱਲ ਫਿਰ ਦੁਬਾਰਾ ਆਪਣਾ ਰੁੱਖ ਕਰ ਲਿਆ ਸੀ, ਜਾਂ ਸਿੱਖ ਧਰਮ ਵੱਲ ਆਪਣਾ ਰੁੱਖ ਕਰ ਲਿਆ ਸੀਗਾ। ਉਸ ਤੋਂ ਬਾਅਦ ਇਹ ਘਟਨਾਵਾਂ ਜਿਹੜੀਆਂ ਸ਼ੁਰੂ ਹੋਈਆਂ। ਸੋ ਕੁੱਲ ਮਿਲਾ ਕੇ 2015 ਤੋਂ ਲੈ ਕੇ 20 ਤੱਕ, ਅੱਜ ਤੱਕ ਮਤਲਬ 5 ਸਾਲ ਦਾ ਸਮਾਂ ਹੋ ਗਿਆ ਜਦੋਂ ਤੋਂ ਇਹ ਸਿਲਸਿਲਾ ਚੱਲਿਆ ਆ ਰਿਹਾ ਹੈਗਾ। ਹੁਣ ਇਹਦੇ ਵਿੱਚ ਸਾਰੀਆਂ ਧਿਰਾਂ ਜਿਹੜੀਆਂ ਪੋਲੀਟੀਕਲ ਧਿਰਾਂ ਹੈਗੀਆਂ ਉਹਨਾਂ ਨੇ ਵੀ ਛਾਲ ਮਾਰਤੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ ਕਿ ਕੱਲ੍ਹ ਜਾਖੜ ਸਾਹਿਬ ਦਾ ਬਿਆਨ ਆਇਆ ਹੈ, ਉਸ ਤੋਂ ਬਾਅਦ ਰੰਧਾਵਾ ਸਾਹਿਬ ਦਾ ਬਿਆਨ ਵੀ ਆਇਆ, ਦੋਨਾਂ ਦਾ ਜੁਆਇੰਟ ਬਿਆਨ ਵੀ ਆਇਆ। ਉਸ ਤੋਂ ਨਾਲ ਹੀ ਉਹਨਾਂ ਦੇ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੇ ਜਾਂ ਮਲੂਕਾ ਸਾਹਿਬ ਹੋਰਾਂ ਨੇ, ਬੇਸ਼ਿੰਦਰ ਗਰੇਵਾਲ ਨੇ ਜਾਂ ਭੁੰਦੜ ਸਾਹਿਬ ਨੇ, ਉਹਨਾਂ ਦਾ ਕਾਊਂਟਰ ਇੱਕ ਆਇਆ ਹੈਗਾ, ਉਸ ਦਾ ਬਿਆਨ ਦਾ ਕਾਊਂਟਰ ਆਇਆ ਹੈਗਾ।
ਜਿਹੜਾ ਦੋਸ਼ ਲਾਇਆ ਹੈ ਆਪਣਾ ਜਾਖੜ ਸਾਹਿਬ ਨੇ ਤੇ ਕਹਿੰਦਾ ਰੰਧਾਵਾ ਨੇ ਬਹੁਤ ਗੰਭੀਰ ਹੈ, ਉਹ ਬਹੁਤ ਹੀ ਗੰਭੀਰ ਹੈਗਾ। ਉਹਨਾਂ ਦਾ ਸਿੱਧਾ ਹੀ ਕਹਿਤਾ ਨਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ, ਸਾਰੀਆਂ ਪੰਥਕ ਧਿਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੀ ਸੁਖਬੀਰ ਬਾਦਲ ਦੇ ਵਿੱਚ ਦੋਸ਼ੀ ਹੈ। ਇਹ ਹੁਣ ਸਾਬਤ ਹੋ ਚੁੱਕਿਆ ਹੈ ਕਿ ਇਹਨੇ ਵੋਟਾਂ ਲੈਣ ਦੀ ਖਾਤਰ ਕਿਸ ਤਰ੍ਹਾਂ ਦੇ ਕੰਮ ਕੀਤੇ। ਪ੍ਰੇਮੀਆਂ ਨੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਕੀਤੀ ਸੀ ਨਾ, ਮਤਲਬ ਹਵਾਲਾ ਉਸਦਾ ਹੈਗਾ ਕਿ ਉਹ ਵੀ ਹੁਣ ਪ੍ਰੇਮੀ ਪਹਿਲਾਂ ਤਾਂ ਕਹਿੰਦੇ ਸੀ ਵੀ ਅਸੀਂ ਇੱਕ ਪਾਰਟੀਕੂਲਰ ਪਾਰਟੀ ਨੂੰ ਵੋਟ ਪਾਈ ਹੈ, ਖਾਸ ਪਾਰਟੀ ਨੂੰ ਪਾਈ ਹੈ, ਤੇ ਹੁਣ ਉਹਨਾਂ ਨੇ ਬਿਲਕੁਲ ਸਪਸ਼ਟ ਕਹਿ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਹੱਕ 'ਚ ਭੁਗਤੇ ਸੀ, ਅਕਾਲੀ ਦਲ ਦੇ ਹੱਕ 'ਚ ਭੁਗਤੇ ਹਾਂ। ਜਾਖੜ ਸਾਹਿਬ ਨੇ ਦੋਸ਼ ਲਾਇਆ ਹੈਗਾ। ਸੋ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੇਰਾ ਖਿਆਲ ਹੈ ਕਿ ਇਹ ਮਸਲਾ ਹੋਰ ਵਧੇਗਾ। ਤੇ ਜਾਖੜ ਸਾਹਿਬ ਨੇ ਤਾਂ ਪੰਥਕ ਧਿਰਾਂ ਨੂੰ ਕਿਹਾ ਕਿ ਕਹਿੰਦਾ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈਗੀ। ਉਹਨੇ 4-5 ਗੱਲਾਂ ਗਿਣਵਾਈਆਂ ਹੈਗੀਆਂ। ਉਹਦੇ ਵਿੱਚ ਬਾਈਬਲ ਕਰਨ ਦਾ ਮਸਲਾ ਹੈਗਾ, ਉਹਦੇ 'ਚ ਬਰਗਾੜੀ ਕਾਂਡ ਦਾ ਹੈਗਾ ਮਸਲਾ ਹੈਗਾ, ਉਹਦੇ ਵਿੱਚ ਹੀ ਕਹਿੰਦੇ ਆਪਣਾ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਹੈਗੀ ਉਹ ਮਸਲਾ ਹੈਗਾ। ਤੇ ਉਸ ਤੋਂ ਇਲਾਵਾ ਮਤਲਬ ਇਹਦੇ ਨਾਲ ਜੁੜੀਆਂ ਹੋਈਆਂ ਹੋਰ ਘਟਨਾਵਾਂ ਹੈਗੀਆਂ ਨੇ। ਸਾਰਾ ਕੁਝ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਲੜੀ ਹੈ, ਬਿਲਕੁਲ ਇੱਕ ਘਟਨਾਵਾਂ ਦੀ ਲੜੀ ਹੈ। ਉਸ ਤੋਂ ਬਾਅਦ ਫਿਰ ਵੋਟਾਂ ਦਾ ਜਿਹੜਾ ਸਿਲਸਿਲਾ ਹੈਗਾ, ਵੋਟਾਂ ਦਾ 2017 ਦੀਆਂ ਵੋਟਾਂ 'ਚ ਹੋਈਆਂ ਜਿਹੜੀਆਂ ਜਿਹਦਾ ਉਹਨਾਂ ਨੇ ਕਿਹਾ ਕਿ ਹੁਣ ਤਾਂ ਡੇਰਾ ਖੁਦ ਮੰਨਦਾ ਹੈ ਕਿ ਅਸੀਂ ਵੋਟਾਂ ਪਾਈਆਂ ਨੇ। ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਵੋਟਾਂ ਦੀ ਖਾਤਰ ਸਾਰਾ ਕੁਝ ਇਹਨਾਂ ਨੇ ਇਹ ਕੀਤਾ ਹੋਇਆ ਹੈਗਾ। ਸੋ ਸੁਖਜਿੰਦਰ ਰੰਧਾਵਾ ਨੇ ਤਾਂ ਇਹ ਕਿਹਾ ਹੈ ਕਿ ਜਿਹੜਾ ਉਹ ਡੇਰਾ ਮੁਖੀ ਨੂੰ ਚੋਲਾ ਦਿੱਤਾ ਗਿਆ ਸੀਗਾ, ਉਹ ਵੀ ਕਹਿੰਦਾ ਮਤਲਬ ਇਹਨਾਂ ਦੀ ਕਾਰਵਾਈ ਸੀ। ਸੁਖਬੀਰ ਨੇ ਭੇਟ ਕੀਤਾ ਸਿੱਧਾ ਹੀ ਕਿਹਾ ਸੁਖਜਿੰਦਰ ਰੰਧਾਵਾ ਸਿੱਧਾ ਸੁਖਬੀਰ ਤੇ ਦੋਸ਼ ਲਾਇਆ ਹੈਗਾ। ਸੋ ਇਹਦਾ ਮਤਲਬ ਵੀ ਆਉਣ ਵਾਲੇ ਦਿਨਾਂ 'ਚ ਸਿਆਸਤ ਕਾਫੀ ਗਰਮ ਹੋਏਗੀ। ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂਮਾਰਾ ਨੇ ਇਹ ਦੋਸ਼ ਲਾਇਆ, ਜਾਂ ਦੂਜੇ ਅਕਾਲੀ ਲੀਡਰ ਨੇ ਕਿਹਾ ਕਿ ਜੀ ਨਹੀਂ, ਇਹ ਡੇਰਾ ਮੁਖੀ ਨਾਲ ਮਿਲ ਕੇ ਹੋ ਰਿਹਾ ਸਾਰਾ ਕੁਝ, ਜਾਂ ਡੇਰੇ ਨਾਲ ਮਿਲ ਕੇ ਹੋ ਰਿਹਾ, ਕਾਂਗਰਸ ਡੇਰੇ ਨਾਲ ਮਿਲ ਕੇ ਕਰ ਰਹੀ ਹੈ, ਕਾਂਗਰਸ ਸਾਰਾ ਡੇਰਾ, ਹਾਂ ਵੀ ਕਾਂਗਰਸ ਜਿਹੜਾ ਸਾਰਾ ਕੁਝ ਕਰ ਰਹੀ ਹੈ ਇਹ ਡੇਰੇ ਨਾਲ ਮਿਲ ਕੇ ਕਰ ਰਹੀ ਹੈ, ਇਹ ਸਿਆਸਤ ਖੇਡ ਰਹੀ ਹੈ। ਇਹ ਇੱਕ ਪਾਸੇ ਉਹ ਡੇਰੇ ਨੂੰ ਵਰੀ ਕਰਨਾ ਚਾਹੁੰਦੀ ਹੈ, ਦੂਜੇ ਪਾਸੇ ਪੰਥਕ ਜਿਹੜੀ ਧਿਰਾਂ ਹੈਗੀਆਂ ਜਾਂ ਅਕਾਲੀ ਹੈਗੀ ਉਹਨਾਂ 'ਤੇ ਦੋਸ਼ ਲਾਉਣਾ ਚਾਹੁੰਦੀ ਹੈ। ਇਹ ਇਸ ਤਰ੍ਹਾਂ ਦੀ ਸਿਆਸਤ ਕਰ ਰਹੀ ਹੈਗੀ ਹੈ ਤੇ ਸਾਰੇ ਮਿਲੇ ਹੋਏ ਨੇ। ਮਤਲਬ ਆਉਣ ਵਾਲੇ ਦਿਨਾਂ 'ਚ ਇਹ ਲੱਗਦਾ ਕਿ ਹਾਂ ਇਹ ਬਹੁਤ ਜ਼ਿਆਦਾ ਇੱਕ ਇਸ਼ੂ ਗਰਮ ਹੋਏਗਾ। ਤੇ ਮੇਰਾ ਖਿਆਲ ਹੈ ਕਿ ਆਉਣ ਵਾਲੇ 4-5 ਮਹੀਨਿਆਂ ਤੱਕ ਤਾਂ ਇਹ ਬਿਲਕੁਲ ਹੀ ਜ਼ਿਆਦਾ ਲੱਗਦਾ ਕਿ ਸੈਂਟਰ ਸਟੇਜ 'ਤੇ ਆ ਜਾਏਗਾ। ਧਾਲੀਵਾਲ ਸਾਹਿਬ, ਜਿਵੇਂ ਸੁਖਜਿੰਦਰ ਰੰਧਾਵਾ ਹੋਰਾਂ ਨੇ ਸਿੱਧਾ ਸੁਖਬੀਰ ਨੂੰ ਨਿਸ਼ਾਨੇ 'ਤੇ ਲਿਆ, ਕੀ ਇਹਨੂੰ ਇਸ ਆਧਾਰ ਨਾਲ ਵੀ ਆਪਾਂ ਦੇਖ ਸਕਦੇ ਹਾਂ ਕਿ ਲਗਾਤਾਰ ਵਿਕਰਮ ਮਜੀਠੀਆ ਸੁਖਜਿੰਦਰ ਰੰਧਾਵਾ ਨੂੰ ਘੇਰ ਰਹੇ ਨੇ ਤੇ ਇਸ ਲਈ ਉਹ ਤੋਂ ਇੱਕ ਕਦਮ ਵੱਧ ਕੇ ਅੱਗੇ ਰੰਧਾਵਾ ਹੋਰਾਂ ਨੇ ਸਿੱਧਾ ਸੁਖਬੀਰ ਨੂੰ ਘੇਰਨ ਦੇ ਲਈ, ਕੀ ਇਹ ਦੋਸ਼ ਹੈ ਜਾਂ ਕਿਤੇ ਨਾ ਕੋਈ ਕੱਲ੍ਹ ਨੂੰ ਤੱਥ ਸਾਹਮਣੇ ਵੀ ਲਿਆਉਣੇ ਪੈਣਗੇ? ਜੇ ਅਕਾਲ ਤਖਤ ਸਾਹਿਬ ਤੋਂ ਕੋਈ ਮੰਗ ਹੁੰਦੀ ਹੈ, ਜੇ ਅਕਾਲ ਤਖਤ ਸਾਹਿਬ ਤੱਕ ਇਹ ਧਿਰ ਜਾਂਦੀ ਆ ਤਾਂ ਉਹ ਤੱਥ ਵੀ ਤਾਂ ਰੱਖਣੇ ਪੈਣਗੇ ਕਿ ਕਿਵੇਂ ਸੁਖਬੀਰ ਨੇ ਕੀ ਭੇਟ ਕੀਤੀ ਸੀ ਜਾਂ ਨਹੀਂ ਕੀਤੀ, ਕੀ ਇਹ ਸਿੱਧਾ ਆਪਸੀ ਟਕਰਾਅ ਤਾਂ ਨਹੀਂ ਕਿਤੇ? ਨਹੀਂ, ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਆਪਾਂ ਨੂੰ, ਇਹਨੂੰ ਹੋਰ ਢੰਗ ਨਾਲ ਦੇਖਣਾ ਚਾਹੀਦਾ। ਪਹਿਲਾਂ ਸਾਰੇ ਕਾਂਗਰਸੀ ਅਕਾਲੀ ਦਲ ਦੇ ਖਿਲਾਫ ਬਹੁਤ ਗਰਮ ਸੀ ਜੀ, ਖਾਸ ਕਰਕੇ ਜਿਹੜੇ ਯੰਗ ਸੀਗੇ, ਰਿਲੇਟਿਵਲੀ ਯੰਗ ਜਿਹਨੂੰ ਕਹਿੰਦੇ ਆਪਾਂ, ਉਹਨਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸੀਗਾ, ਉਹਨੇ ਤ੍ਰਿਪਤ ਰਜਿੰਦਰ ਬਾਜਵਾ ਵੀ ਸੀਗਾ, ਉਹਦੇ 'ਚ ਨਵਜੋਤ ਸਿੰਘ ਸਿੱਧੂ ਵੀ ਸੀਗਾ, ਉਹਦੇ 'ਚ ਰਾਜਾ ਵੜਿੰਗ ਵੀ ਸੀਗਾ। ਇਹ ਸਾਰੇ 5-6 ਬੰਦੇ ਮਤਲਬ ਅਕਾਲੀ ਦਲ ਦੇ ਖਿਲਾਫ ਡਟ ਮਤਲਬ ਪੂਰਾ ਸਟੈਂਡ ਜਿਹਨੂੰ ਕਹਿੰਦੇ ਲੈ ਰਹੇ ਸੀ, ਉਦੋਂ ਬੋਲਦੇ ਸੀ। ਹੌਲੀ ਹੌਲੀ ਸਾਰੇ ਤਕਰੀਬਨ ਬਾਕੀ ਚੁੱਪ ਕਰ ਗਏ ਹੈ ਨਾ ਜੀ। ਸਿੱਧੂ ਸਾਹਿਬ ਨੇ ਤਾਂ ਹੁਣ ਕੋਈ ਬਿਆਨ ਨਹੀਂ ਦਿੱਤਾ, ਦੇਣਾ ਬੰਦ ਕਰਤਾ ਹੈਗਾ। ਤੋ ਸਿੱਧੂ ਸਾਹਿਬ ਦੇ ਖਿਲਾਫ ਅਕਾਲੀਆਂ ਨੇ ਬਿਆਨ ਦੇਣਾ ਤਕਰੀਬਨ ਬੰਦ ਕਰਤਾ ਹੈਗਾ। ਤੁਸੀਂ ਦੇਖਿਆ ਵੀ ਕਦੇ ਅਕਾਲੀਆਂ ਦਾ ਬਿਆਨ ਉਹਨਾਂ ਦੇ ਖਿਲਾਫ ਨਹੀਂ ਆਇਆ ਤੇ ਨਾ ਹੀ ਸਿੱਧੂ ਦਾ ਖਿਲਾਫ ਦਾ ਅਕਾਲੀਆਂ ਦੇ ਖਿਲਾਫ ਆਇਆ। ਪਹਿਲਾਂ ਉਹ ਕਹਿੰਦਾ ਜਿਹੜਾ ਆਪਣਾ ਦੁਸਹਿਰੇ ਵਾਲਾ ਕਾਂਡ ਹੀ ਉਹੀ ਚੱਲੀ ਜਾਂਦਾ ਸੀ। ਬੜਾ ਲੋਕਾਂ ਦੀਆਂ ਨੌਕਰੀਆਂ ਉੱਥੇ ਮੁਜ਼ਾਹਰੇ ਵੀ ਹੋਏ ਵੀ ਨੌਕਰੀ ਦਾ ਵਾਅਦਾ ਕੀਤਾ ਸੀ। ਸਾਰਾ ਕੁਝ ਆਉਣ ਤੋਂ ਬਾਅਦ ਵੀ FIR ਦਰਜ ਹੋਈ ਨਹੀਂ ਹੋਈ, ਕੋਈ ਬੋਲੇ ਨਹੀਂ, ਤਾਂ ਵੀ ਨਹੀਂ ਕੋਈ ਜ਼ਿਆਦਾ ਬੋਲਿਆ ਨਹੀਂ। ਉਸ ਤੋਂ ਬਾਅਦ ਰਾਜਾ ਵੜਿੰਗ ਦਾ ਵੀ ਹੁਣ ਤੁਸੀਂ ਦੇਖਿਆ ਹੋਣਾ ਕੋਈ ਬਹੁਤਾ ਬਿਆਨ ਨਹੀਂ ਆਇਆ। ਬਾਕੀ ਤਕਰੀਬਨ ਲੀਡਰ ਵੀ ਸਾਰੇ ਜਿਹੜੇ ਹੈਗੇ ਨੇ ਉਹ ਅਕਾਲੀਆਂ ਦੇ ਖਿਲਾਫ ਚੁੱਪ ਕਰ ਗਏ ਨੇ। ਇੱਕ ਸੁਖਜਿੰਦਰ ਸਿੰਘ ਰੰਧਾਵਾ ਹੀ ਹੈਗਾ ਜਿਹੜਾ ਕਿ ਤਕਰੀਬਨ ਕਦੇ ਨਾ ਕਦੇ ਜ਼ਰੂਰ ਉਹਦੇ ਖਿਲਾਫ ਬੋਲਦਾ ਹੈਗਾ। ਮਤਲਬ ਇਸ ਕਰਕੇ ਅਕਾਲੀਆਂ ਨੇ ਵੀ ਉਸੇ ਨੂੰ ਟਾਰਗੇਟ ਰੱਖਿਆ ਹੋਇਆ ਜਿਹੜਾ ਉਹਨਾਂ ਦੇ ਖਿਲਾਫ ਬੋਲਦਾ। ਹੁਣ ਜਿਹੜਾ ਸਾਰਾ ਫੋਕਸ ਹੈਗਾ ਟੋਟਲੀ ਭਾਵੇਂ ਉਹ 20 ਸਕੈਂਡਲ ਕਹਿੰਦੇ ਆ ਜਿਹਨੂੰ, ਜਾਂ ਕੋਈ ਹੋਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ, ਭਾਵੇਂ ਇਹ ਕੋਈ ਵੇਰਕਾ ਵਾਲਾ ਮਸਲਾ ਹੈਗਾ, ਤੇ ਇਹ ਉਹ ਸਾਰਾ ਉਧਰ ਅਕਾਲੀ ਦਲ ਦਾ ਜਿਹੜਾ ਝੁਕਾਅ ਹੈਗਾ ਤਕਰੀਬਨ ਰੰਧਾਵੇ ਦੇ ਖਿਲਾਫ ਹੁੰਦਾ। ਤੇ ਰੰਧਾਵਾ ਵੀ ਕਾਊਂਟਰ ਅਟੈਕ ਕਰਦਾ ਹੈ ਅਕਾਲੀਆਂ ਤੇ ਕਰਦਾ ਹੈਗਾ, ਖਾਸ ਕਰਕੇ ਸੁਖਬੀਰ ਨੂੰ ਤੇ ਮਜੀਠੀਏ ਨੂੰ, ਦੋਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ। ਤਾਂ ਇਹ ਸਿਆਸਤ ਨੂੰ ਇਸ ਕੰਟੈਸਟ ਵਿੱਚ ਮੇਰਾ ਖਿਆਲ ਹੈ ਕਿ ਦੇਖਣ ਦੀ ਲੋੜ ਹੈਗੀ ਸਾਰੀ। ਤੇ ਜਿਹੜੀ ਜਾਖੜ ਹੋਰਾਂ ਨੇ ਕਿਹਾ, ਕੀ ਤੁਹਾਨੂੰ ਲੱਗਦਾ ਕਿ ਮੈਂ ਤਾਂ ਹੀ ਜਾਣਨਾ ਚਾਹੁੰਦਾ ਕਿ ਕੀ ਹੁਣ ਕਾਂਗਰਸ ਤੈਅ ਰਣਨੀਤੀ ਤਹਿਤ ਕੋਈ ਮੈਮੋਰੈਂਡਮ ਲੈ ਕੇ ਜਾਏਗੀ
ਕੋਈ ਜਥੇਬੰਦੀਆਂ ਵੱਲੋਂ ਦਸਤਖਤ ਕਰਾ ਕੇ ਕੀ ਅਕਾਲ ਤਖਤ ਤੱਕ ਜਾ ਸਕਦੀ ਹੈ ਜਾਂ ਇਹਨੂੰ ਬਿਆਨ ਤੱਕ ਹੀ ਛੱਡ ਦੇਗੀ ਮਸਲਾ? ਦੇਖੋ ਦੋ ਕਿਉਂਕਿ ਸਪੈਕਟਰ ਪਾਰਟੀ ਦੇ ਪ੍ਰਧਾਨ ਦਾ ਕਹਿਣਾ, ਇੱਕ ਮੰਤਰੀ ਦਾ ਕਹਿਣਾ, ਇਹਦਾ ਮਤਲਬ ਕੋਈ ਤਾਂ ਮਾਇਨੇ ਹੈਗੇ ਨੇ ਨਾ ਉਹਦੇ। ਦੇ ਦੋ ਐਸਪੈਕਟ ਨੇ। ਇੱਕ ਪਾਸੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਰੌਲਾ ਨਹੀਂ ਪਾ ਰਹੇ ਪਰ ਚੁੱਪਚਾਪ ਕੰਮ ਕਰਵਾਈ ਜਾਂਦੇ ਨੇ। ਹਾਂਜੀ, ਉਹ ਸਿੱਟ ਤੋਂ ਵੀ ਕੰਮ ਲਵਾ ਰਿਹਾ ਤਾਂ ਜਿਹੜੇ ਦੂਸਰੇ ਕੰਮ ਕੁਮਰ ਵਿਜੇ ਪ੍ਰਤਾਪ ਸਿੰਘ ਹੈਗੇ ਨੇ ਉਹ ਵੀ ਆਪਣਾ ਕਾਰਵਾਈ ਕਰੀ ਜਾਂਦੇ ਨੇ। ਪਰ ਹੁਣ ਚਰਚਾ ਨਹੀਂ ਹੁੰਦੀ, ਉਹ ਚਰਚਾ ਨਹੀਂ ਹੁੰਦੀ, ਚਲਾਨ ਵੀ ਪੇਸ਼ ਹੋ ਜਾਂਦਾ, ਚਾਰਜ ਸ਼ੀਟਾਂ ਪੇਸ਼ ਹੋ ਜਾਂਦੀਆਂ, ਹੌਲੀ ਹੌਲੀ ਪਰਤਾਂ ਖੁੱਲ੍ਹ ਜਾਂਦੇ ਨੇ, ਇੱਕੋ ਆਰਾਮ ਨਾਲ ਕੰਮ ਬਿਨਾਂ ਕਿਸੇ ਰੌਲੇ ਤੋਂ ਕਰੀ ਜਾਂਦੇ ਨੇ। ਦੂਜੇ ਪਾਸੇ ਇੱਕ ਪਾਸੇ ਸੁਖਵਿੰਦਰ ਸਿੰਘ ਰੰਧਾਵਾ ਤੇ ਜਿਹੜੇ ਹੈਗੇ ਨੇ ਆਪਣਾ ਜਾਖੜ ਸਾਹਿਬ ਹੈਗੇ ਨੇ, ਉਹਨੂੰ ਪੋਲੀਟੀਕਲ ਲੈਵਲ ਤੇ ਪੁਸ਼ ਕਰਦੇ ਨੇ, ਉਸ ਗੱਲ ਨੂੰ ਪੋਲੀਟੀਕਲ ਲੈਵਲ ਤੇ ਕਾਊਂਟਰ ਅਟੈਕ ਕਰਦੇ ਨੇ ਅਕਾਲੀ ਦਲ ਤੇ ਉਹ ਹਮਲਾ ਬੋਲਦੇ ਨੇ। ਤੇ ਉਹ ਸਾਰਾ ਕੁਝ ਮਤਲਬ ਆਪਾਂ ਨੂੰ ਇਹਦੀਆਂ ਦੋਵੇਂ ਪਾਸੇ ਦੇਖਣਾ ਚਾਹੀਦਾ ਵੀ ਇੱਕ ਪਾਸੇ ਸਰਕਾਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਦੂਜੇ ਪਾਸੇ ਪੋਲੀਟੀਕਲ ਅਟੈਕ ਵੀ ਹੋ ਰਿਹਾ। ਮਤਲਬ ਦੋ ਪਾਸਿਓਂ ਇਹਦਾ ਮਤਲਬ ਕੀ ਹੈਗਾ ਕਿ ਇਸ਼ੂ ਨੂੰ ਪਬਲਿਕ ਡੋਮੇਨ ਤੋਂ ਬਾਹਰ ਨਾ ਜਾਣ ਪਾਵੇ। ਹਾਂ, ਲੋਕ ਮੁੱਦਾ ਹੀ ਬਣਿਆ ਰਹੇ, ਲੋਕ ਮੁੱਦਾ ਬਣਿਆ ਰਹੇ, ਲੋਕਾਂ ਦਾ ਕਿਤੇ ਨਾ ਕਿਤੇ 5ਵੇਂ 7ਵੇਂ ਦਿਨ ਉਸ ਤੇ ਮੁੜ ਕੇ ਫੇਰ ਸੂਈ ਉੱਥੇ ਆ ਜਾਵੇ, ਹਨਾ। ਤਾਂ ਉਹ ਇੱਕ ਪਬਲਿਕ ਡੋਮੇਨ 'ਚ ਇਸ਼ੂ ਨੂੰ ਜਿਉਂਦਾ ਰੱਖਣ ਵਾਸਤੇ ਇੱਕ ਸਟ੍ਰੈਟਜੀ ਹੁੰਦੀ ਹੈ ਪੋਲੀਟੀਕਲ ਪਾਰਟੀ ਦੀ, ਭਾਵੇਂ ਉਹ ਅਕਾਲੀ ਦਲ ਹੋਵੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ। ਉਹ ਇੱਕ ਸਟ੍ਰੈਟਜੀ ਤਹਿਤ ਹੀ ਸਾਰਾ ਆਪਣੀ ਵਿਉਂਤਬੰਦੀ ਬਣਾਉਂਦੀ ਹੈ, ਆਪਣਾ ਸਾਰਾ ਇੱਕ ਤਾਣਾ ਬਾਣਾ ਬੁਣਦੀ ਹੈ ਤੇ ਫਿਰ ਉਸ ਮੁਤਾਬਕ ਉਹ ਕਾਰਵਾਈ ਕਰਦੀ ਹੈ। ਕਿ ਇਸੇ ਸਟ੍ਰੈਟਜੀ ਤਹਿਤ ਕੀ ਤੁਹਾਨੂੰ ਲੱਗਦਾ ਕਿ ਚੋਣਾਂ ਤੋਂ ਪਹਿਲਾਂ ਜਿਹੜੀ ਇਹ ਸਿੱਟ ਹੈ, ਖੱਟਰੇ ਹੋਰਾਂ ਦੀ ਜਿਹੜੀ ਟੀਮ ਹੈ, ਇਹ ਡੇਰਾ ਮੁਖੀ ਨੂੰ ਰਿਮਾਂਡ ਤੇ ਲੈ ਸਕਦੀ ਹੈ, ਡੇਰਾ ਮੁਖੀ ਤੋਂ ਪੁੱਛਗਿੱਛ ਕਰ ਸਕਦੀ ਹੈ? ਕਿ ਉਹ ਪੁੱਛਗਿੱਛ ਦਾ ਜਾਂ ਡੇਰਾ ਮੁਖੀ ਦਾ ਰਿਮਾਂਡ ਕੀ ਤੁਹਾਨੂੰ ਲੱਗਦਾ ਕਿ ਸਿੱਟ ਵੱਲੋਂ ਕੀਤੀ ਗਈ ਪੁੱਛਗਿੱਛ ਦਾ ਫਾਇਦਾ ਕਾਂਗਰਸ ਨੂੰ ਹੋ ਸਕਦਾ? ਕਿ ਇਸ ਰਣਨੀਤੀ ਤਹਿਤ ਤਾਂ ਨਹੀਂ ਕਾਂਗਰਸ ਚੱਲ ਰਹੀ? ਦੇਖੋ ਐਨ 22 ਤੱਕ ਚੋਣਾਂ ਤੱਕ ਲੈ ਜਾਈਏ। ਦੇਖੋ ਜੇ ਕਿਤੇ ਡੇਰਾ ਮੁਖੀ ਦਾ ਰਿਮਾਂਡ ਹੋ ਗਿਆ, ਅੱਛਾ ਜੀ, ਜਾਂ ਪੁਲਿਸ ਇਹ ਕਹਿੰਦਾ ਸਰਕਾਰ ਕਾਂਗਰਸ ਸਰਕਾਰ ਲੈਣ ਵਿੱਚ ਕਾਮਯਾਬ ਹੋ ਗਈ ਉਹਦਾ ਰਿਮਾਂਡ, ਹਾਲਾਂਕਿ ਉਹਦਾ ਬਹੁਤ ਔਖਾ ਹੋਏਗਾ ਕਿਉਂਕਿ ਉਹਦੇ ਕਈ ਤਰ੍ਹਾਂ ਦੀਆਂ ਹੋਰ ਵੀ ਉਹਦੀ ਜਾਨ ਨੂੰ ਖਤਰਾ ਹੈ ਜੀ, ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕਦੇ ਜੀ, ਉਹ ਇਸ ਤਰ੍ਹਾਂ ਦੀਆਂ ਕਈ ਗੱਲਾਂ ਉਸ ਸਮੇਂ ਮਤਲਬ ਇਹ ਗੱਲਾਂ ਸਾਹਮਣੇ ਨਹੀਂ, ਉਸੇ ਜੇਲ੍ਹ 'ਚ ਪੁੱਛਗਿੱਛ ਦੀ ਆਗਿਆ ਮਿਲ ਗਈ ਜੇ ਮਿਲ ਗਈ ਤਾਂ ਕਾਂਗਰਸ ਨੇ ਕਹਿਣਾ ਕਿ ਜੋ ਅਸੀਂ ਵਾਅਦਾ ਕੀਤਾ ਸੀ, ਅੱਛਾ, ਜੋ ਅਸੀਂ ਸੈਸ਼ਨ ਵਿੱਚ ਸਪੈਸ਼ਲ ਸੈਸ਼ਨ 'ਚ ਕਿਹਾ ਸੀ, ਜੋ ਅਸੀਂ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਜੋ ਬੇਅਦਬੀ ਦੇ ਦੋਸ਼ੀ ਨੇ ਅਸੀਂ ਉਹਨਾਂ ਨੂੰ ਜ਼ਰੂਰ ਕਟਹਿਰੇ 'ਚ ਖੜੇ ਕਰਾਂਗੇ। ਤੇ ਉਹ ਕਹਿੰਦੇ ਫਿਰ ਉਹ ਆਪਣਾ ਇੱਕ ਲੋਕਾਂ ਸਾਹਮਣੇ ਕਹਿਣ ਨੂੰ ਤਿਆਰ ਮਤਲਬ ਜਾ ਸਕਣਗੇ, ਲੋਕਾਂ ਦੀ ਗੱਲ ਕਹਿ ਸਕਣਗੇ ਦੇਖੋ ਜੋ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ। ਅੱਛਾ, ਤਾਂ ਮਾਲਵੇ 'ਚ ਅਸਰ ਵੱਡਾ ਪੈਣਾ। ਅੱਛਾ ਜੀ, ਇਸ ਗੱਲ ਦਾ ਮਾਲਵੇ 'ਚ ਬਹੁਤ ਬੜਾ ਅਸਰ ਪੈ ਜਾਣਾ। ਮਾਲਵਾ ਖੇਤਰ ਪੂਰਾ, ਮਾਲਵਾ ਪੂਰੇ ਖੇਤਰ ਵਿੱਚ ਪੈਣਾ, ਖਾਸ ਕਰਕੇ ਫਰੀਦਕੋਟ ਕਹਿੰਦੇ ਆਪਣਾ ਮਾਨਸਾ, ਬਠਿੰਡਾ, ਸੰਗਰੂਰ, ਜਿਹੜੀ ਪਹਿਲੀ ਬੈਲਟ ਹੈ ਪਟਿਆਲੇ ਤੋਂ ਪਹਿਲੀ ਬੈਲਟ ਜਿਹੜੀ ਪਰਾਂ ਦੀ ਬੈਲਟ ਹੈਗੀ, ਉਸ ਤੇ ਇਹਦਾ ਬਹੁਤ ਜ਼ਿਆਦਾ ਅਸਰ ਪਏਗਾ। ਤੇ ਕਾਂਗਰਸ ਨੂੰ ਇਹਦਾ ਬਹੁਤ ਵੱਡਾ ਇੱਕ ਜਿਹਨੂੰ ਕਹਿੰਦੇ ਕਿ ਪੋਲੀਟੀਕਲੀ ਮਤਲਬ ਵੀ ਕਾਫੀ ਵੱਡਾ ਇਹਨੂੰ ਲਾਭ ਵੀ ਮਿਲ ਸਕਦਾ ਹੈਗਾ, ਕਿਉਂਕਿ ਉਹਨਾਂ ਨੇ ਇਸ ਮੁੱਦੇ ਤੇ ਬਹੁਤ ਸਿਆਸਤ ਕੀਤੀ ਹੈ, ਬਹੁਤ ਸਿਆਸਤ ਪੋਲੀਟਿਕਸ ਕੀਤੀ ਹੈ ਤੇ ਇਹਦੇ ਤੇ ਉਹਨਾਂ ਨੇ ਕਮੇਟੀ ਵੀ ਬੜਾ ਕੀਤਾ। ਜਦੋਂ ਆਜ਼ਾਦ ਹੋਣਾ ਜੀ ਸੈਸ਼ਨ ਹੋਇਆ ਸੀ ਸਪੈਸ਼ਲ, ਉਹ ਸਪੈਸ਼ਲ ਸੈਸ਼ਨ ਵਿੱਚ ਜਿਹੜੇ 4-5 ਬੁਲਾਰੇ ਬੋਲੇ ਸੀ ਉਹਨਾਂ ਦਾ ਸਾਰਾ ਜਿਹੜਾ ਫੋਕਸ ਇਸੇ ਗੱਲ ਤੇ ਸੀ, ਉਹ ਗੱਲ ਇਸੇ ਤੇ ਸੀਗਾ। ਬੁਲਾਈ ਸਪੈਸ਼ਲ ਸੈਸ਼ਨ ਕਰਕੇ ਸੀਗਾ ਬਰਗਾੜੀ ਕਾਂਡ ਨੂੰ ਲੈ ਕੇ ਜਾਂ ਜਿਹੜੀ ਹੈ ਬਹਿਬਲ ਕਲਾਣਾ ਕਾਂਡ ਨੂੰ ਲੈ ਕੇ ਜਾਂ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਜਿਸ ਤਰ੍ਹਾਂ ਬੋਲੇ ਸੀ। ਸੋ ਫਿਰ ਕਾਂਗਰਸ ਇਹ ਹੁਣ ਕਹਿ ਸਕੇਗੀ। ਅੱਛਾ, ਅਮਰਿੰਦਰ ਸਿੰਘ ਦੇ ਦਬਾਅ ਵੀ ਬੜਾ ਸੀ ਜੀ, ਅਮਰਿੰਦਰ ਸਿੰਘ ਤੇ ਇਸ ਗੱਲ ਦਾ ਦਬਾਅ ਵੀ ਬੜਾ ਸੀ, ਹਾਲਾਂਕਿ ਉਹ ਬੋਲਦੇ ਨਹੀਂ ਸੀ ਅੱਜ ਕੱਲ੍ਹ, ਪਰ ਅੰਦਰੋਂ ਨਹੀਂ ਤਾਂ ਪਾਰਟੀ ਦੇ ਵਿੱਚ ਇਹ ਮੁੱਦਾ ਹੈਗਾ ਹੀ ਸੀਗਾ, ਦਬਾਅ ਤਾਂ ਸੀਗਾ ਕਿ ਜੀ ਇਸ ਮੁੱਦੇ ਤੇ ਜਿਹੜੀ ਅਸੀਂ ਕਮਿਟਮੈਂਟ ਲੋਕਾਂ ਨਾਲ ਕੀਤੀ ਹੈ ਜਾਂ ਲੋਕਾਂ ਨੂੰ ਅਸੀਂ ਵਾਅਦਾ ਕੀਤਾ ਇਲੈਕਸ਼ਨ ਤੋਂ ਪਹਿਲਾਂ, ਉਹਨੂੰ ਅਸੀਂ ਲੋਕਾਂ ਦੇ ਸਾਹਮਣੇ ਲੋਕਾਂ ਨਾਲ ਪੂਰਾ ਕਰੀਏ। ਸੋ ਇਹ ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਮਸਲਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ ਮੁੱਦੇ ਦੇ ਰੂਪ ਸਾਹਮਣੇ ਆ ਸਕਦਾ। ਤੇ ਜਿਵੇਂ ਧਾਲੀਵਾਲ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਿੱਟ ਰਿਮਾਂਡ ਲੈਣ 'ਚ ਕਾਮਯਾਬ ਰਹਿੰਦੀ ਆ ਜਾਂ ਬਾਬੇ ਤੋਂ ਪੁੱਛਗਿੱਛ ਕਰਨ 'ਚ ਕਾਮਯਾਬ ਰਹਿੰਦੀ ਆ ਤਾਂ ਇਸ ਦਾ ਸਿਆਸੀ ਲਾਹਾ ਕਾਂਗਰਸ ਉਠਾਉਣਾ ਚਾਹੇਗੀ ਤੇ ਉਠਾ ਵੀ ਸਕਦੀ ਆ। ਪਰ ਸਵਾਲ ਇਹ ਆ ਕਿ ਜਿਹੜੇ ਲੀਡਰ ਡੇਰੇ ਜਾ ਕੇ ਵੋਟਾਂ ਮੰਗਦੇ ਰਹੇ ਨੇ, ਉਸ ਮਸਲੇ 'ਤੇ ਵੀ ਅਕਾਲੀ ਦਲ ਘੇਰ ਰਿਹਾ ਕਿ ਸਾਡੇ ਵੀ ਕੁਝ ਲੀਡਰ ਜਿਹੜੇ ਨਿੱਜੀ ਤੌਰ 'ਤੇ ਵੋਟਾਂ ਮੰਗਣ ਗਏ ਸੀ, ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਆ ਕੇ ਮਾਫੀਆਂ ਮੰਗ ਲਈਆਂ, ਪਰ ਕਾਂਗਰਸ ਦਾ ਕੋਈ ਆਇਆ ਹੀ ਨਹੀਂ। ਉਹਨਾਂ ਨੇ ਪ੍ਰਨੀਤ ਕੌਰ ਦਾ, ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰਾਂ ਦਾ, ਇੱਥੋਂ ਤੱਕ ਕਿ ਰਜਿੰਦਰ ਕੌਰ ਭੱਠਲ ਹੋਰਾਂ ਦੇ ਨਾਮ ਵੀ ਜਨਤਕ ਕੀਤੇ ਨੇ ਕਿ ਉਹ ਤਾਂ ਕਦੇ ਮਾਫੀ ਮੰਗਣ ਨਹੀਂ ਆਏ, ਪਰ ਸਾਡੇ ਲੀਡਰਾਂ ਨੇ ਮਾਫੀ ਮੰਗੀ। ਸੋ ਕੀ ਇਸ ਢੰਗ ਨਾਲ ਰਾਜਨੀਤੀ ਹੋਰ ਪੱਖੇਗੀ ਤੇ ਉਹਦੇ ਵਿੱਚ ਫਿਰ ਆਮ ਆਦਮੀ ਪਾਰਟੀ ਜਿਹੜੀ ਵਿਕਾਸ ਦੇ ਮੁੱਦੇ 'ਤੇ ਪੰਜਾਬ 'ਚ ਚੋਣ ਲੜਨਾ ਚਾਹੁੰਦੀ ਆ, ਉਹਦੇ ਲਈ ਚੋਣ ਧਰਾਤਲ ਕਿੰਨੀ ਕੁ ਬਚੇਗੀ, ਇਹ ਵੀ ਚਰਚਾ ਕਰਨੀ ਬਣਦੀ ਹੈ। ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ ਤੇ ਹੁਣੇ ਪਰਤਦੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV।
ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਸਵਾਲ ਅੱਜ ਸਿਰਸਾ ਡੇਰੇ ਨੂੰ ਲੈ ਕੇ ਹੈ ਤੇ ਇਸ ਮੁੱਦੇ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਹੋ ਸਕਦੀਆਂ, ਬੇਅਦਬੀ ਤੋਂ ਲੈ ਕੇ ਡੇਰਾ ਪ੍ਰੇਮੀਆਂ ਦੀ ਭੂਮਿਕਾ ਤੱਕ ਦੇ ਮੁੱਦੇ ਤੇ। ਪਰ ਵੱਡਾ ਸਵਾਲ ਇਹ ਵੀ ਖੜਾ ਹੈ ਕਿ ਡੇਰਿਆਂ ਨੂੰ ਪਣਪਣ ਕਿਹਨੇ ਦਿੱਤਾ, ਡੇਰਿਆਂ ਨੂੰ ਪੁੰਗਰਨ ਕਿਹਨੇ ਦਿੱਤਾ ਤੇ ਡੇਰਿਆਂ ਨੂੰ ਵਿਸ਼ਾਲ ਰੂਪ ਧਾਰਨ ਕਿਹਨੇ ਕਰਨ ਦਿੱਤਾ। ਪੰਜਾਬ ਦੇ ਵਿੱਚ ਡੇਰਾਬਾਦ, ਜਿਸ ਧਰਤੀ ਤੇ ਖਾਲਸਾ ਪੰਥ ਦੀ ਜਨਮ ਸਥਲੀ ਹੋਵੇ, ਜਿਹੜੀ ਧਰਤੀ ਤੇ ਖਾਲਸਾ ਪੰਥ ਦੀ ਸਥਾਪਨਾ ਹੋਈ ਹੋਵੇ, ਜਿਹੜਾ ਇਸ ਮਸਲਿਆਂ 'ਚੋਂ ਨਿਕਲਣ ਲਈ ਕਿ ਸਾਰਿਆਂ ਲਈ ਗੁਰੂ ਘਰ ਇਕਸਾਰ ਹੈ, ਸਾਰਿਆਂ ਲਈ ਧਰਮ ਇਕਸਾਰ ਨੇ, ਇਨਸਾਨੀਅਤ ਪਹਿਲਾਂ ਹੈ, ਉਸ ਥਾਂ ਦੇ ਉੱਤੇ ਡੇਰਿਆਂ ਦਾ ਜਨਮ, ਡੇਰਾਬਾਦ ਦਾ ਫਲਾਅ ਤੇ ਗੁਰਦੁਆਰਿਆਂ ਦੇ ਗੁੰਬਦਾਂ ਨਾਲੋਂ ਵੀ ਉੱਚੇ ਡੇਰਿਆਂ ਦੇ ਗੁੰਬਦ ਹੋ ਜਾਣਾ, ਕੀ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਵੀ ਕੁਝ ਰਾਜਨੀਤੀ ਹੈ? ਬਿਲਕੁਲ, ਇਹਦੇ ਪਿੱਛੇ ਦੋ ਤਰ੍ਹਾਂ ਦੀ ਰਾਜਨੀਤੀ ਹੈਗੀ। ਇੱਕ ਤਾਂ ਜਿਹੜਾ ਸਾਡਾ ਮੂਲ ਧਰਮ ਆ ਉਹਨੂੰ ਕਮਜ਼ੋਰ ਕਰਨ ਦਾ ਇੱਕ ਢੰਗ ਹੁੰਦਾ, ਕੋਈ ਨਾ ਕੋਈ ਨਵਾਂ ਇੱਕ ਆਲੇ ਦੁਆਲੇ ਇਹੋ ਜਿਹੀ ਖੜਾ ਕਰ ਦਿਓ ਡੇਰਾ, ਕਿਹੜਾ ਸਾ ਮੂਲ ਉਹ ਲੋਕ ਉੱਧਰ ਨੂੰ ਜਾਣਾ ਸ਼ੁਰੂ ਹੋ ਜਾਣਾ। ਜਿਹੜਾ ਮੂਲ ਧਰਮ ਹੈ, ਜਿਹੜਾ ਬੇਸ ਫੰਡਾਮੈਂਟਲ ਜਿਹੜਾ ਬੇਸਿਕ ਧਰਮ ਹੋਵੇ, ਉਹ ਕਮਜ਼ੋਰ ਹੁੰਦਾ ਇਹਦੇ ਨਾਲ, ਕਿਉਂਕਿ ਲੋਕਾਂ ਦਾ ਰੁਝਾਨ ਦੂਜੇ ਪਾਸੇ ਜਾਂਦਾ। ਬਾਕੀ ਜਿਹੜੇ ਡੇਰੇ ਨੇ ਜੀ, ਇਹ ਹੈ ਕਿ ਬੰਦਿਆਂ ਨਾਲ ਦੁਆਰਾ ਚਲਾਏ ਜਾ ਰਹੇ। ਜਦੋਂ ਕਿ ਆਪਾਂ ਕਹਿੰਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਇਹ ਜਿਹੜੀ ਹੈਗੀ ਦੇਹਧਾਰੀ ਗੁਰੂ ਨੇ। ਇਹ ਦੇਹਧਾਰੀ ਗੁਰੂ ਨੇ, ਇਹ ਡਾਇਰੈਕਟ ਕੰਟਰਾਡਿਕਸ਼ਨ ਹੈ ਸਿੱਖ ਧਰਮ ਨਾਲ। ਜੀ ਸਿੱਖ ਧਰਮ ਵਿੱਚ ਦੇਹਧਾਰੀ ਗੁਰੂ ਦਾ ਕੋਈ ਕਨਸੈਪਟ ਨਹੀਂ, ਕੋਈ ਥਾਂ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਹੀ ਅਸੀਂ ਗੁਰੂ ਮੰਨਣਾ ਹੈਗਾ, ਉਹਦੇ ਵਿੱਚ ਬੜੀ ਇੱਕ ਸਪਸ਼ਟ ਹੈਗੀ। ਬਿਲਕੁਲ, ਜਿਹੜੇ ਇਹ ਡੇਰੇ ਨੇ, ਇਹਨਾਂ ਦੇ ਜਿਹੜੇ ਸੰਤ ਮਹਾਤਮਾ, ਕਈ ਡੇਰਿਆਂ ਦੇ ਤਾਂ ਆਪਣੇ ਆਪ ਨੂੰ ਰੱਬ ਹੀ ਸਮਝਦੇ ਨੇ, ਬੜੀ ਪਹੁੰਚੇ ਹੋਏ ਸੰਤ ਕਹਿਣਾ ਸ਼ੁਰੂ ਕਰਦੇ ਨੇ, ਜਾਂ ਕਰਨੀ ਵਾਲੇ ਸੰਤ ਕਹਿਣਾ ਸ਼ੁਰੂ ਕਰਦੇ ਨੇ। ਕਈ ਵਾਰੀ ਇਸ ਤਰ੍ਹਾਂ ਦਾ ਕੰਮ ਚੱਲਦਾ ਹੈਗਾ। ਤੇ ਇਹਨਾਂ ਜਿਹੜੇ ਡੇਰੇ ਹੈਗੇ, ਇਹਨਾਂ ਨੂੰ ਮਜ਼ਬੂਤ ਵੀ ਪੋਲੀਟੀਕਲ ਬੰਦਿਆਂ ਨੇ ਕੀਤਾ। ਤੁਸੀਂ ਦੇਖ ਲਓ ਕਿ ਕੋਈ ਡੇਰਾ, ਕੋਈ ਪੋਲੀਟੀਕਲ ਬੰਦਾ ਕਿਸੇ ਡੇਰੇ ਜਾਂਦਾ ਹੈ, ਕੋਈ ਕਿਸੇ ਜਾਂਦਾ ਹੈ, ਜਾਂਦੇ ਸਾਰੇ ਨੇ, ਤਕਰੀਬਨ ਸਾਰੇ ਜਾਂਦੇ ਨੇ। ਅੱਛਾ, ਇਹਨੂੰ ਵੋਟਾਂ ਦਾ ਲਾਲਚ ਤਾਂ ਹੋਰ ਕੋਈ ਗੱਲ ਨਹੀਂ ਹੁੰਦੀ, ਇਹ ਮੰਨਦੇ ਮੁੰਦੇ ਨਹੀਂ। ਪੋਲੀਟੀਕਲ ਕਿਸੇ ਨੂੰ ਰੱਬ ਨਹੀਂ, ਇਹਨਾਂ ਦੇ ਰੱਬ, ਇਹ ਤਾਂ ਆਪਣੇ ਆਪ ਹੀ ਰੱਬ ਹੁੰਦੇ ਨੇ। ਪੋਲੀਟੀਕਲ ਬੰਦਿਆਂ ਦਾ ਕੋਈ ਬਾਬੇ ਨਿਸ਼ਾਨਾ, ਬਾਬੇ ਦੇ ਚੇਲਿਆਂ ਦੇ ਕੋਈ ਨਿਸ਼ਾਨਾ ਉਹ ਨਹੀਂ ਹੁੰਦਾ। ਨਿਸ਼ਾਨਾ ਹੁੰਦਾ ਚੇਲੇ ਦੇ, ਵੀ ਇੱਥੇ ਕਿੰਨੇ ਕੁ ਲੋਕ ਆਉਂਦੇ ਨੇ, ਕਿੰਨੀ ਕੁ ਮਾਨਤਾ ਆਏਗੀ। ਫਿਰ ਬਾਬੇ ਨੂੰ ਕਹਿਣਗੇ ਜੀ ਮੇਰੀ ਮਦਦ ਕਰਵਾ ਦਿਓ ਜੀ। ਨਾਲੇ ਤਾਂ ਬਾਬੇ ਪੈਸੇ ਦਿੰਦੇ, ਦੋ ਚਾਰ ਗੱਡੀਆਂ ਦੇ ਦਿੰਦੇ ਨੇ, ਭਾਈ ਇਲੈਕਸ਼ਨ 'ਚ ਮਦਦ ਕਰੋ। ਉਹ ਸਾਰਿਆਂ ਨੂੰ ਦੇਈ ਜਾਂਦੇ ਨੇ, ਉਹ ਸਾਰਿਆਂ ਨੂੰ ਦਿੰਦੇ ਨੇ, ਹਨਾ। ਉਹ ਜਿਹੜਾ ਦੇਖਦਾ ਵੀ ਇਹ 'ਚ, ਉਹ ਦੇਖਦਾ ਵੀ ਆਹ ਲੀਡਰ ਦੇ, ਪੋਲੀਟੀਕਲ ਲੀਡਰ ਦੇ ਗੋਡਿਆਂ 'ਚ ਮਾੜਾ ਮੋਟਾ ਦਮ ਹੈਗਾ, ਇਹਨੂੰ ਦੇ ਦਿਓ। ਬਾਕੀ ਨੂੰ ਕੋਈ, ਬਾਕੀ ਨੂੰ 5000 2000 ਦੇ ਕੇ ਰਬੜ ਦਾ ਗੁੱਡਾ ਕਹਿੰਦੇ, ਪਰ ਵੱਡੇ ਲੀਡਰਾਂ ਨੂੰ ਕਾਫੀ ਪੈਸੇ ਦਿੰਦੇ ਨੇ। ਇੱਕ ਤਾਂ ਉੱਥੋਂ ਮਾਇਆ ਮਿਲਦੀ ਹੈ, ਠੀਕ ਹੈ ਜੀ, ਦੂਜੀ ਫਿਰ ਸਪੋਰਟ ਮਿਲਦੀ ਹੈ। ਜੇ ਆਸ਼ੀਰਵਾਦ ਦੇਣ ਬਾਬੇ ਤਾਂ ਕਾਫੀ ਧੰਨ ਵੀ ਹੋ ਜਾਂਦੀ ਹੈ। ਹੁਣ ਇਹ ਜਿਹੜਾ ਰਾਧਾ ਆਪਣਾ ਆਹ ਡੇਰਾ ਹੈਗਾ, ਕੇਂਦਰ ਸਰਸਾ, ਕਿਸੇ ਵੀ ਡੇਰੇ ਨੇ ਓਪਨਲੀ ਹਾਲੇ ਤੱਕ ਪੋਲੀਟੀਕਲੀ ਸ਼ਮੂਲੀਅਤ ਨਹੀਂ ਸੀ ਕੀਤੀ ਜੀ। ਪਰ ਪਿਛਲੇ 10-12 ਸਾਲ ਤੋਂ, 15 ਸਾਲ ਤੋਂ ਕਹਿ ਲਓ ਤੁਸੀਂ, ਵੀ ਇਹਨਾਂ ਨੇ ਸਿਆਸਤ ਵਿੱਚ ਇੱਕ ਤਰ੍ਹਾਂ ਦਾ ਦਖਲ ਦੇਣਾ ਸ਼ੁਰੂ ਕਰਤਾ। ਆਪਣਾ ਵਿੰਗ ਤੱਕ ਬਣਾ ਲਿਆ ਸੀ, ਸਿਆਸੀ ਵਿੰਗ ਬਣਾਇਆ ਹੋਇਆ ਸੀ। ਉਹਦੀ ਸਜ਼ਾ ਭੁਗਤ ਰਹੇ ਨੇ। ਆਪਣੇ ਕੰਮ ਤੱਕ ਜਿਹੜਾ ਇਹਨਾਂ ਦਾ ਹਾਲ ਇਹ ਹੋਇਆ ਡੇਰੇ ਦਾ ਹੁਣ, ਜੋ ਆ ਸਾਰਾ ਕੁਝ ਹੋਇਆ ਜੀ, ਦੇਖੋ ਉਹ ਇਸੇ ਕਰਕੇ ਹੋਇਆ ਕਿ ਸਿਆਸੀ ਦਖਲ। ਤੁਸੀਂ ਨਹੀਂ ਤਾਂ ਡੇਰੇ ਦਾ ਕੀ ਕੰਮ ਆ ਬਈ, ਵੀ ਕਿਹਨੂੰ ਵੋਟ ਪਾਉਣੀ ਹੈ, ਲੋਕਾਂ ਦੀ ਆਪਣੀ ਮਰਜ਼ੀ ਹੈ, ਚੇਲਿਆਂ ਦੀ ਆਪਣੀ ਮਰਜ਼ੀ ਹੈ। ਹੋ ਸਕਦਾ ਚੇਲਿਆਂ ਨੂੰ ਬੰਦਾ ਚੰਗਾ ਨਾ ਲੱਗੇ, ਇੱਕ ਬਾਬੇ ਮਗਰ ਲੱਗ ਕੇ ਵੋਟਾਂ ਪਾ ਦੇਣੀਆਂ, ਇਹ ਇੱਕ ਆਪਣੇ ਆਪ 'ਚ ਕਹਿੰਦੇ ਡੈਮੋਕ੍ਰੇਸੀ ਦਾ ਖਿਲਵਾੜ ਹੈ, ਹੈ ਨਾ। ਲੋਕਾਂ ਨੂੰ ਆਪਣੀ ਸੋਚ ਮੁਤਾਬਕ ਵੋਟ ਪਾਉਣ ਦਿਓ, ਨਾ ਕਿ ਕਿਸੇ ਦੇ ਕਹਿਣ 'ਤੇ ਵੋਟ ਪਾਉਣ ਦਿਓ। ਇਹ ਡੈਮੋਕ੍ਰੇਸੀ ਦੀ ਸਪਿਰਿਟ ਦੇ ਖਿਲਾਫ ਹੈ ਵੈਸੇ ਸਾਰਾ ਕੁਝ। ਸੋ ਇਹ ਡੇਰਿਆਂ ਨੂੰ ਫਿਰ ਉੱਥੇ ਇੰਨੇ ਜਲੀਲ ਹੁੰਦੇ ਦੇਖਿਆ ਪੋਲੀਟੀਕਲ ਬੰਦੇ, ਮੈਂ ਜਿਹੜੇ ਇਹ ਬੰਦੇ ਡੇਰੇ, ਮੈਂ ਤਾਂ ਡੇਰੇ ਡੂਰੇ ਕਦੇ ਜਾਂਦਾ ਨਹੀਂ, ਬਹੁਤ ਘੱਟ ਜਾਂਦਾ, ਮੈਂ ਕਦੇ ਕਿਹਾ ਨਹੀਂ, ਕਦੇ ਆਪਣਾ ਕੋਈ ਯਕੀਨ ਜਗਾ ਨਹੀਂ ਡੇਰੇ ਡੂਰਿਆਂ 'ਚ ਹੈਗਾ। ਤੇ ਐਵੇਂ ਪਹੁੰਚੇ ਹੋਏ ਸੰਤਾਂ ਸੁੰਤਾਂ 'ਚ ਆਪਣੀ ਕੋਈ ਬੜੀ ਗੱਲਬਾਤ ਹੈ। ਪਰਮਾਤਮਾ ਹੈ, ਗੁਰੂ ਗ੍ਰੰਥ ਸਾਹਿਬ ਹੈ, ਬਸ ਹਾਂ, ਤੁਸੀਂ ਤੁਹਾਡੇ ਅੰਦਰ ਹੈ ਜਿਹੜੀ ਆਸਥਾ, ਜਿਹੜਾ ਵਿਸ਼ਵਾਸ ਹੈ, ਜਿਹੜਾ ਤੁਹਾਡੀ ਗੱਲ ਹੈਗੀ, ਜਿਹੜੀ ਤੁਹਾਡੀ ਫਿਲਾਸਫੀ ਹੈ, ਤੁਹਾਡੇ ਅੰਦਰ ਹੈ, ਹੈ ਨਾ। ਨਾਲੇ ਤੁਹਾਨੂੰ ਇੱਕ ਰਸਤਾ ਦਿਖਾਇਆ ਹੋਇਆ, ਇੱਕ ਬਾਬੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਰਸਤਾ ਦਿਖਾਇਆ ਹੋਇਆ। ਉਹ ਰਸਤਾ ਤੁਸੀਂ ਤੁਹਾਨੂੰ ਅਪਣਾ ਲਓ, ਉਹਨੂੰ ਅਪਣਾ ਲਓ, ਉਹ ਤੁਹਾਡੇ ਵਾਸਤੇ ਸਪਸ਼ਟ ਹੋਣਾ ਚਾਹੀਦਾ। ਉਹ 'ਚ ਕੋਈ ਦੁਬਿਧਾ ਨਹੀਂ, ਉਹ 'ਚ ਕੋਈ ਵਹਿਮ ਨਹੀਂ, ਰਾਜਨੀਤਿਕ ਮਨਸ਼ਾਵਾਂ ਹੋਰ ਹੁੰਦੀਆਂ ਨੇ ਨਾ। ਸੋ ਇਹ ਬੰਦੇ ਉੱਥੇ ਜੀ ਜਾ ਕੇ ਇੰਨੇ ਜਲੀਲ ਹੁੰਦੇ ਰਹੇ ਨੇ। ਕਈ ਮੈਨੂੰ ਇੱਕ ਬੰਦੇ ਨੇ ਦੱਸਿਆ, ਆਪਣਾ ਕੋਈ ਜਾਣ ਪਛਾਣ ਵਾਲਾ ਬੰਦਾ ਉੱਥੇ ਸੀਗਾ, ਕਹਿੰਦਾ ਇੱਕ ਦਿਨ ਤਾਂ ਇਹ ਮੀਂਹ 'ਚ ਭਿੱਜ ਗਏ ਸਾਰਾ ਦਿਨ। ਅੱਛਾ, ਚਿੱਕੜ 'ਚ ਖੜੇ ਰਹੇ ਦਰਸ਼ਨ ਕਰਨ ਲਈ। ਹਾਂ, ਉਹ ਕਹਿੰਦੇ ਬਾਬਾ ਆਇਆ, ਕੋਲ ਦੀ ਲੰਘ ਗਿਆ। ਹਾਂ, ਬਸ ਸਤਿ ਸ੍ਰੀ ਅਕਾਲ। ਮਤਲਬ ਇਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਕਿਉਂ ਜਲੀਲ ਹੁੰਦੇ? ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਸਟੇਟ ਚਲਾਉਣੀ ਹੈ, ਅਸੀਂ ਗੌਰਮੈਂਟ ਚਲਾਉਣੀ ਹੈ, ਅਸੀਂ ਲੋਕਾਂ ਖਾਤਰ ਪਾਲਿਸੀ ਡਿਸੀਜਨ ਲੈਣੇ ਆ,
ਉੱਥੇ ਜਾ ਕੇ 4 ਵੋਟਾਂ ਦੀ ਖਾਤਰ ਜਲੀਲ ਹੁੰਦੇ ਨੇ। ਉਹਨਾਂ ਲਈ ਤਾਂ ਫਿਰ ਉਹ ਵੀ ਬਾਬਾ ਵੋਟਰ ਹੈ ਬਸ। ਹਾਂ, ਵੋਟਰ ਫਿਰ ਸਾਰੀ ਇੱਕ ਲਾਈਨ 'ਚ ਮੰਨੋ। ਸੋ ਇਹ ਜਿਹੜੇ ਡੇਰਿਆਂ ਨੂੰ ਮਜ਼ਬੂਤ ਕਰਨਾ ਜਾਂ ਡੇਰਿਆਂ ਨੂੰ ਕੋਈ ਸ਼ਕਤੀ ਦੇਣਾ ਜਾਂ ਉਹਦੇ ਪਿੱਛੇ ਪੋਲੀਟੀਕਲ ਬੰਦੇ ਵੀ ਕਸੂਰਵਾਰ ਨੇ। ਹੁਣ ਉਹ ਸਫਰ ਕਰਨ ਉਹੀ ਬੰਦੇ ਪੋਲੀਟੀਕਲ ਬੰਦੇ ਉਹੀ ਹੁਣ ਉਹਦੇ ਨਤੀਜੇ ਭੁਗਤ ਰਹੇ ਨੇ, ਖਮਿਆਜਾ ਭੁਗਤ ਰਹੇ ਨੇ। ਸੋ ਇਹ ਡੇਰਿਆਂ ਦੀ ਸਿਆਸਤ ਆਪਣੇ 40-50 ਸਾਲ ਤੋਂ ਚੱਲ ਰਹੀ ਹੈ ਪੰਜਾਬ ਵਿੱਚ। ਕਈ ਡੇਰੇ ਤਾਂ ਮਤਲਬ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਹੋ ਗਏ ਸੀ। ਫਿਰ ਉਹਨਾਂ ਕੋਲ ਤਾਂ ਸੈਂਟਰ ਤੋਂ ਲੀਡਰ ਆਉਣੇ ਸ਼ੁਰੂ ਹੋ ਗਏ, ਸੈਂਟਰ ਤੋਂ ਲੀਡਰ ਆਉਣੇ ਸ਼ੁਰੂ ਹੋ ਗਏ, ਹੈਲੀਕਾਪਟਰ ਸ਼ੁਰੂ ਹੋ ਗਏ, ਜਹਾਜ਼ਾਂ ਆਉਣ ਲੱਗ ਗਏ, ਹੈ ਨਾ ਜੀ। ਤੋਂ ਮੈਂ ਇਹ ਮਤਲਬ ਮੰਦਭਾਗੀ ਹੈ ਇਹ ਡੈਮੋਕ੍ਰੇਸੀ ਵਾਸਤੇ, ਇਹ ਲੋਕ ਰਾਜ ਵਾਸਤੇ ਇਹ ਕੋਈ ਅੱਛਾ ਵਰਤਾਰਾ ਨਹੀਂ ਹੈਗਾ। ਲੋਕ ਰਾਜ 'ਚ ਪਰ ਧਾਲੀਵਾਲ ਸਾਹਿਬ ਉਸ ਦੇ ਬਾਵਜੂਦ ਪੰਜਾਬ ਦੇ ਵਿੱਚ ਫਿਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਚੋਣ ਇਸੇ ਮੁੱਦਿਆਂ ਦੇ ਧਾਰਮਿਕ ਮੁੱਦਿਆਂ ਤੇ ਹੋਣੀ ਹੈ, ਡੇਰੇਵਾਦ ਵਾਲੇ ਮਸਲੇ ਤੇ ਫਿਰ ਚੋਣ ਦੇ ਵੱਲ ਵੱਧ ਰਹੇ ਜੇ ਤੁਸੀਂ ਕਹਿੰਦੇ ਹੋ ਕਿ ਸਿਰਸਾ ਡੇਰੇ ਤੋਂ ਪੁੱਛਗਿੱਛ ਹੋ ਜਾਂਦੀ ਹੈ ਤਾਂ ਉਹਦਾ ਫਾਇਦਾ ਕਾਂਗਰਸ ਲੈ ਸਕਦੀ ਹੈ, ਤਾਂ ਕੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਜੇ ਚੋਣ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਜਿਹਨੂੰ ਲੱਗਦਾ ਕਿ ਅਸੀਂ ਵਿਕਾਸ ਦੇ ਨਾਂ 'ਤੇ ਲੜਨਾ, ਅਸੀਂ ਲੋਕ ਮੁੱਦਿਆਂ ਦੇ ਨਾਂ 'ਤੇ ਲੜਨਾ, ਫਿਰ ਉਹਦੇ ਲਈ ਫਿਰ ਥਾਂ ਨਹੀਂ ਕੋਈ ਬਚੇਗੀ, ਫਿਰ ਅਕਾਲੀ ਦਲ ਬਨਾਮ ਕਾਂਗਰਸੀ ਹੋਏਗਾ ਮੁਕਾਬਲਾ। ਬਿਲਕੁਲ, ਇਹ ਬਿਲਕੁਲ ਹੋਏਗਾ। ਹਲੇ ਸਾਡੀ ਡੈਮੋਕ੍ਰੇਸੀ ਵਿੱਚ ਲੋਕ ਮੁੱਦੇ ਸਾਹਮਣੇ ਨਹੀਂ ਆਏ, ਇਹ ਪਿੱਛੇ ਰਹਿ ਜਾਂਦੇ ਨੇ। ਪੋਲੀਟੀਕਲ ਬੰਦਿਆਂ ਨੂੰ ਵੀ ਪਤਾ ਹੁੰਦਾ ਵੀ ਕੋਈ ਨਾ ਕੋਈ ਇਮੋਸ਼ਨਲ ਇਸ਼ੂ ਲਿਆਓ, ਜਜ਼ਬਾਤੀ ਇਸ਼ੂ ਲਿਆਓ, ਧਾਰਮਿਕ ਇਸ਼ੂ ਲਿਆਓ, ਉਹ ਭਾਂਦੀ ਕੋਈ ਵੀ ਇਸ਼ੂ ਲਿਆਓ, ਭਾਂਦੀ ਗੁਆਂਢੀ ਦੇਸ਼ ਦਾ ਲਿਆਓ, ਭਾਵੇਂ ਕਿਸੇ ਹੋਰ ਦੇਸ਼ ਦਾ ਲਿਆਓ, ਰਾਸ਼ਟਰ ਭਗਤੀ ਦਾ ਲਿਆਓ, ਚਾਹੇ ਦੇਸ਼ ਭਗਤੀ ਦਾ, ਕੁਛ ਲਿਆਓ। ਮਤਲਬ ਇਸ ਤਰ੍ਹਾਂ ਦਾ ਕੋਈ ਇਹੋ ਜਿਹਾ ਕੋਈ ਜਾਂ ਕੋਈ ਹੋਰ ਲੋਕਲ ਇਮੋਸ਼ਨਲ ਇਸ਼ੂ ਖੜਾ ਕਰ ਲਓ, ਜਾਤ ਦੇ ਨਾਂ 'ਤੇ ਕਰ ਲਓ, ਧਰਮ ਦੇ ਨਾਂ 'ਤੇ ਕਰ ਲਓ, ਕੋਈ ਹੋਰ ਇਮੋਸ਼ਨਲ ਇਸ਼ੂ ਚੱਕ ਲਓ, ਉਹਦੇ ਤੁਹਾਨੂੰ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ। ਬੜਾ ਸੌਖਾ ਕੰਮ ਹੈ ਨਾ। ਜਦੋਂ ਤੁਸੀਂ ਇਮੋਸ਼ਨਲੀ ਚੁੱਲਿਆਂਗੇ ਤੁਹਾਨੂੰ ਹਿਸਾਬ ਕਿਤਾਬ ਕੀ ਦੇਣਾ ਹੈ। ਤੁਸੀਂ ਦੱਸਾਂ, ਤੁਹਾਨੂੰ ਇਹ ਨਹੀਂ ਪਤਾ ਅਸੀਂ ਕਿੰਨੀਆਂ ਸੜਕਾਂ ਬਣਾਈਆਂ, ਅਸੀਂ ਕਿੰਨੇ ਲੋਕਾਂ ਦਾ ਜੀਵਨ ਪੱਧਰ ਉੱਚਾ ਕੀਤਾ, ਅਸੀਂ ਕਿੰਨੇ ਵਧੀਆ ਸਕੂਲ ਬਣਾਏ, ਕਿੰਨੀਆਂ ਅਸੀਂ ਯੂਨੀਵਰਸਿਟੀਆਂ ਵਰਲਡ ਲੈਵਲ ਦੀਆਂ ਬਣਾਤੀਆਂ, ਕਿੰਨੇ ਅਸੀਂ ਹਸਪਤਾਲ ਵਰਲਡ ਲੈਵਲ ਦੇ ਬਣਾਤੇ। ਤੁਹਾਨੂੰ ਕੋਈ ਹਿਸਾਬ ਕਿਤਾਬ ਨਹੀਂ ਦੇਣਾ, ਕੋਈ ਹਿਸਾਬ ਕਿਤਾਬ। ਇੱਕੋ ਇਸ਼ੂ ਆ, ਉਹ ਚੱਲੀ ਜਾਏਗਾ। ਲੋਕ ਸਾਡੇ ਹਲੇ ਡੈਮੋਕ੍ਰੇਸੀ ਸਾਡੀ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਹੈਗੀ ਆ ਕਿ ਲੋਕ ਹਲੇ ਵੀ ਜਜ਼ਬਾਤੀ ਇਸ਼ੂਆਂ ਤੋਂ ਪ੍ਰਭਾਵਿਤ ਹੁੰਦੇ ਨੇ, ਜਜ਼ਬਾਤੀ ਮੁੱਦਿਆਂ ਤੋਂ ਪ੍ਰਭਾਵਿਤ ਹੁੰਦੇ ਨੇ, ਜਾਤੀ ਮੁੱਦਿਆਂ ਤੋਂ ਪ੍ਰਭਾਵਿਤ ਹੁੰਦੇ ਨੇ, ਧਾਰਮਿਕ ਮੁੱਦਿਆਂ ਤੋਂ ਪ੍ਰਭਾਵਿਤ ਹੁੰਦੇ ਨੇ। ਇਸ ਕਰਕੇ ਇਹ ਪੋਲੀਟੀਕਲ ਬਹੁਤ ਜਿਹੜੇ ਪੋਲੀਟੀਸ਼ੀਅਨ ਨੇ ਉਹ ਬਹੁਤ ਤੇਜ਼ ਨੇ ਜੀ, ਉਹ ਬਹੁਤ ਚੁਸਤ ਨੇ। ਉਹਨੂੰ ਪਤਾ ਹੁੰਦਾ ਹੈ ਕਿ ਕਿਹੜਾ ਮੁੱਦਾ ਆਪਾਂ ਲਿਆਉਣਾ ਇਸ ਤਰ੍ਹਾਂ ਦਾ ਜਜ਼ਬਾਤੀ ਜਿਹਦੇ ਨਾਲ ਲੋਕ ਸਾਥੋਂ ਕੋਈ ਪੁੱਛਣ ਹੀ ਨਾ, ਸਾਨੂੰ ਸਵਾਲ ਹੀ ਨਾ ਕਰਨ, ਤੇ ਆਪਣੇ ਆਪ ਹੀ ਕਹਿੰਦਾ ਸਾਡਾ ਇੱਕ ਟੈਂਪੂ ਬਣ ਜੀ। ਤੇ ਜੇ ਇਸ ਟੈਂਪੂ ਦੇ ਵਿੱਚ ਪੰਜਾਬ ਦਾ ਵੋਟਰ ਫਿਰ ਇਸੇ ਮਸਲੇ ਤੇ ਪ੍ਰਭਾਵਿਤ ਹੁੰਦਾ, ਫਿਰ ਸਾਡਾ ਕਿਸਾਨੀ ਵਾਲਾ ਮਸਲਾ ਕਿੱਥੇ ਜਾਏਗਾ ਜੋ ਹੁਣ ਸਥਿਤੀ ਤੇ ਆਰਡੀਨੈਂਸ ਨੂੰ ਲੈ ਕੇ ਬਣੀ ਹੋਈ ਆ, ਪੈਟਰੋਲ ਡੀਜ਼ਲ ਨੂੰ ਲੈ ਕੇ ਬਣੀ ਹੋਈ ਆ, ਬੇਰੁਜ਼ਗਾਰੀ ਵਾਲੀ ਸਥਿਤੀ ਉੱਥੇ ਖੜੀ ਆ, ਨਸ਼ਿਆਂ ਵਾਲਾ ਮਸਲਾ ਜਿਹਦੇ ਤੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਤੱਕ ਕਿਹਾ ਸੀ ਕਿ 4 ਹਫ਼ਤਿਆਂ 'ਚ, ਫਿਰ ਉਹ ਮਸਲਾ ਕਿੱਥੇ ਜਾਏਗਾ, ਮਾਫੀਆ ਰਾਜ ਉਹ ਕਿੱਥੇ ਜਾਏਗਾ। ਕੀ ਤੁਹਾਨੂੰ ਲੱਗਦਾ ਕਿ ਸਾਰੇ ਮਸਲੇ ਦਬਾ ਕੇ ਕੈਪਟਨ ਅਮਰਿੰਦਰ ਹੋਰੀ ਕਾਂਗਰਸ ਜਾਣ-ਬੁੱਝ ਕੇ ਇਸ ਮੁੱਦੇ ਨੂੰ ਵਾਰ ਰਹੀ, ਜਾਂ ਸਹੀ ਮਾਇਨੇ 'ਚ ਤੁਹਾਨੂੰ ਲੱਗਦਾ ਕਿ ਜਾਣ ਤੋਂ ਪਹਿਲਾਂ, ਚੋਣਾਂ 'ਚ ਜਾਣ ਤੋਂ ਪਹਿਲਾਂ ਸਜ਼ਾਵਾਂ ਮਿਲ ਜਾਣਗੀਆਂ ਦੋਸ਼ੀਆਂ ਨੂੰ? ਮੁਸ਼ਕਲ ਹੈ, ਚੋਣਾਂ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਮੁਸ਼ਕਲ ਨੇ। ਹਾਲੇ ਚਲਾਨ ਹੀ ਪੇਸ਼ ਹੋਇਆ, ਹਾਲੇ ਬਾਬੇ ਵਾਲਾ ਇਸ਼ੂ ਵੀ ਆਉਣਾ ਹੈਗਾ, ਹੋਰ ਬੰਦੇ ਵੀ ਇਹਦੇ ਵਿੱਚ ਮਤਲਬ ਮੇਰਾ ਖਿਆਲ ਹੈ ਕਿ ਸ਼ਾਮਲ ਹੋਣਗੇ ਜਿਹੜੇ ਉਹ ਵੀ ਇਹਦੇ 'ਚ ਪੜਾਈ ਹੋਣੀ ਆਉਣੀ। ਤਾਂ ਜੇ ਆਪਾਂ ਰੂਟੀਨ 'ਚ ਵੀ ਲਾਈਏ ਤਾਂ ਘੱਟੋ ਘੱਟ 3 ਸਾਲ ਤੋਂ ਪਹਿਲਾਂ ਕੋਈ ਆਮ ਸਧਾਰਨ ਕੇਸ 3-4 ਸਾਲ ਤੋਂ ਪਹਿਲਾਂ ਮਸਲਾ ਹੱਲ ਨਹੀਂ ਹੁੰਦਾ। ਫਿਰ ਜਿਹੜੀਆਂ ਜਿਹੜਾ ਹੈ ਡੇਰੇ ਵਾਲੇ ਨੇ ਉਹ ਵੀ ਕਾਫੀ ਵੱਡੀ ਧਿਰ, ਉਹਨਾਂ ਕੋਲ ਪੈਸਾ ਪੂਸਾ ਚੰਗਾ ਪਹੁੰਚ ਵੀ ਹੈ, ਉਹਨਾਂ ਦੀ ਰਾਜਨੀਤਿਕ ਪਹੁੰਚ ਵੀ ਹੈ, ਵੱਡੇ ਵਕੀਲ ਕਰਨਗੇ। ਵੱਡੇ ਵਕੀਲਾਂ ਨੂੰ ਕੋਰਟ 'ਚ ਕੇਸ ਭੜਕਾਉਣੇ ਆਉਂਦੇ ਨੇ ਵੀ ਕਦੇ ਅਡਜਰਨਮੈਂਟ ਮੰਗ ਲਈ, ਕਦੇ ਕੋਈ ਹੋਰ ਨਵੀਂ ਐਪਲੀਕੇਸ਼ਨ ਦੇ ਦਿੱਤੀ, ਇੱਧਰ ਉੱਧਰ ਖੱਬੇ ਸੱਜੇ, ਉਹਨੂੰ ਨਵਾਂ ਫੇਰ ਕਦੀ ਗੇਟ 'ਚ ਪਾ ਲਿਆ ਕੇਸ ਨੂੰ। ਤੋ ਇਸ ਤਰ੍ਹਾਂ ਉਹ ਕਰਦੇ ਨੇ। ਅੱਜ ਕੱਲ੍ਹ ਤੁਸੀਂ ਦੇਖਿਆ ਵੀ ਬਹੁਤ ਸਾਰੇ 3 ਸਾਲ ਦਾ ਉਹ ਕੇਸ ਸਿਰੇ ਲੱਗਦਾ ਹੈ ਜਿਹੜਾ ਰੂਟੀਨ ਚੱਲ ਰਿਹਾ ਹੈ ਸੰਬੋਧ। ਜਿਹੜੇ ਦੂਸਰੇ ਕੇਸ ਨੇ ਹੈਗੇ ਨੇ ਜਿਹੜੇ ਉਹ ਤਾਂ ਕਈ ਵਾਰੀ 10-10 7-7 ਸਾਲ ਚੱਲਦੇ, 15-15 ਸਾਲ ਵੀ ਚੱਲਦੇ ਨੇ। ਇੱਥੇ ਇਸ ਦੇਸ਼ ਵਿੱਚ ਤਾਂ ਮਰਡਰ ਕੇਸ ਜਿਹੜਾ 1 ਸਾਲ 'ਚ ਡਿਸਾਈਡ ਹੋਣਾ ਚਾਹੀਦਾ, ਕਈ ਵਾਰੀ ਉਹ 10 ਸਾਲ ਚੱਲ ਜਾਂਦਾ, ਉਹ 10 ਸਾਲ ਚੱਲ ਜਾਂਦਾ। ਸੋ ਇੱਥੇ ਜੇ ਤੁਸੀਂ ਕਹੋ ਕਿ ਸਾਲ 1.5 ਸਾਲ 'ਚ ਸਾਰਾ ਫੈਸਲਾ ਹੋ ਜਾਏਗਾ, ਇਹ ਮੁਸ਼ਕਿਲ ਹੈ। ਸਾਲ ਤਾਂ ਕਈ ਲੱਗ ਜਾਣਗੇ, ਪਰ ਜੀ ਇੱਕ ਪੋਲੀਟੀਕਲ ਪੁਆਇੰਟਸ ਬਣ ਜਾਣਗੇ, ਇੱਕ ਸਕੋਰ ਬਣ ਜਾਏਗਾ ਵੀ ਅਸੀਂ ਤਾਂ ਦੇਖੋ ਚਲਾਨ ਆਹ ਕਰਤਾ, ਤਾਂ ਉਹਦੇ ਕਰਕੇ ਆਲੇ ਦੁਆਲੇ ਉਹ ਸਿਆਸਤ ਜਿਹੜੀ ਹੈਗੀ ਘੁੰਮੇਗੀ। ਸੋ ਇੱਕ ਸਕੋਰ ਜ਼ਰੂਰ ਬਣ ਜਾਏਗਾ, ਅਤੇ ਉਹ ਸਕੋਰ ਬਣਾਉਣ ਦੇ ਵਿੱਚ ਕਹਿੰਦੇ ਅਮਰਿੰਦਰ ਸਿੰਘ ਆਪਣੇ ਆਪ ਨੂੰ ਮਾਹਰ ਮੰਨਦੇ ਨੇ। ਅਤੇ ਕੀ ਉਸੇ ਸਕੋਰ ਬੋਰਡ ਦੇ ਹਿਸਾਬ ਨਾਲ ਉਹਨਾਂ ਨੇ ਸਿਰਸੇ ਵੱਲ ਨੂੰ ਆਪਣੀ ਟੀਮ ਨੂੰ ਤੋਰਿਆ, ਸਿੱਟ ਨੂੰ ਤੋਰਿਆ, ਅਤੇ ਜੇਕਰ ਸਿਰਸੇ ਤੋਂ ਘੁੰਮ ਕੇ ਉਹ ਸਿਨਾਰੀਓ ਜੇਲ੍ਹ ਤੱਕ ਜਾਂਦਾ ਮਾਮਲਾ, ਤਾਂ ਕਹਿੰਦੇ ਕਿ ਅਮਰਿੰਦਰ ਉਹਦਾ ਫਾਇਦਾ ਲੈ ਸਕਦੇ ਨੇ। ਪਰ ਇਹਦੇ ਵਿੱਚ ਇੱਕ ਗੱਲ ਤਾਂ ਧਾਲੀਵਾਲ ਸਾਹਿਬ ਉਹਨਾਂ ਨੇ ਸਾਫ਼ ਕੀਤੀ ਹੈ ਕਿ ਜਦੋਂ ਵੀ ਕੋਈ ਧਰਮ ਦਾ, ਜਾਤ ਦਾ, ਕੋਈ ਇਸ ਜਜ਼ਬਾਤੀ ਮਸਲੇ ਨੂੰ ਲਿਆਂਦਾ ਜਾਂਦਾ ਤਾਂ ਫਿਰ ਲੋਕ ਮੁੱਦੇ ਗਾਇਬ ਹੋ ਜਾਂਦੇ ਨੇ, ਕਿਉਂਕਿ ਉਹਦਾ ਹਿਸਾਬ ਨਾ ਦੇਣਾ ਪੈਂਦਾ, ਨਾ ਲੋਕ ਪੁੱਛਦੇ ਨੇ। ਸੋ 2022 ਦੇ ਵਿੱਚ ਜੇ ਅਸੀਂ ਹਿਸਾਬ ਨਾ ਪੁੱਛਿਆ
ਤਾਂ ਇਹਦਾ ਮਤਲਬ ਇਸ ਮੁੱਦਿਆਂ ਤੇ ਫਿਰ ਚੋਣ ਹੋਏਗੀ। ਪਰ ਧੋਖਾ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਨਾਲੇ ਹੋਣਾ, ਕਿਉਂਕਿ ਜਿਹੜੇ ਜਜ਼ਬਾਤਾਂ ਲਈ 2017 ਦੇ ਵਿੱਚ ਵੋਟਾਂ ਪਈਆਂ ਸੀ ਕਿ ਹਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ, ਉਹ ਅਜੇ ਤੱਕ ਜਜ਼ਬਾਤਾਂ ਨੂੰ ਠੱਲ ਨਹੀਂ ਪਈ। ਸੋ ਇਸ ਲਈ ਚਰਚਾ ਇਸ ਮਸਲਿਆਂ ਤੇ ਹੁੰਦੀ ਰਹੇਗੀ, ਜੋ ਵੀ ਖਬਰ ਆਉਂਦੀ ਰਹੇਗੀ ਤੁਹਾਡੇ ਤੱਕ ਲੈ ਕੇ ਅੱਪੜਦੇ ਰਵਾਂਗੇ, ਚਰਚਾ ਕਰਦੇ ਰਵਾਂਗੇ। ਅਜਿਹੇ ਮਸਲਿਆਂ ਨਾਲ ਫਿਰ ਪਰਤਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।